ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦਰਸ਼ਕੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੌਂਸਗੜ੍ਹ ਵਿਖੇ, ਜਿੱਥੇ ਭਾਈ ਹਾਕਮ ਸਿੰਘ ਬੱਬਰ ਉਰਫ ਭਾਈ ਬਗੇਲ ਸਿੰਘ ਬੱਬਰ ਹੋਰਾਂ ਦੀ ਬਰਸੀ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ ਨੇ ਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਭਾਈ ਹਾਕਮ ਸਿੰਘ ਬੱਬਰ ਹੋਰੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰਾਂ ਦੇ ਪਿਤਾ ਜੀ ਨੇ। दर्शकों हुण साडे नाल जुड़ चुके हैं एडवोकेट सिमरनजीत कौर गिल होरी। मैम सब तो पहला तो तुहाडा बहुत-बहुत स्वागत है जी। धन्यवाद जी। सब तो पहला असीं तुहाडे कोलों तुहाडे पिता जी बारे जानना चाहांगे, उन्हां दे जीवन बारे थोड़ा जिहा साडे दर्शकां नूं दसो। मेरे पिता जी जिवें आम सिख नौजवान हुंदे आ उवें ही सीगे ते अपना खेतीबाड़ी दा काम करदे सीगे। बहुत जे पहलां दी गल करिए जिन्ना असीं सुनिया आ जां दस्सिया आ, ओह GNE कॉलेज आ, उत्थों उन्हां ने अपनी ग्रैजुएशन इंजीनियरिंग दी हाफ छड्ड के ते आर्मी ज्वाइन कर ली सीगी। दैन ही लैफ्ट आर्मी एंड फिर उस तो बाद नॉर्मल अपना काम करते सी। फिर फेक परचियां दा दौर चलदा है, जिवें भी देखदे सीगे कि मतलब कोई सिख नौजवान हैगे उदों सारे बाल कटाउण लग गए सी, क्योंकि वो दौर ही इहो जिहा सीगा। ते जिन्हां दे जिहड़े सिंह हुंदे सीगे तां जिवें कहंदे कि ਸਿੰਘਾਂ ਦੇ ਸਿਰਾਂ 'ਤੇ ਮੁੱਲ ਪੈਂਦਾ ਆ, ਤਾਂ ਉਹਨਾਂ ਨੂੰ ਚੱਕ ਕੇ ਫਿਰ ਪੁਲਿਸ ਕਿਸੇ ਨਾ ਕਿਸੇ ਵਾਰਦਾਤ ਦੇ ਵਿੱਚ ਝੂਠੇ ਮੁਕੱਦਮੇ ਜਿਨ੍ਹਾਂ 'ਚੋਂ ਆਲਮੋਸਟ ਉਹ ਹਰ ਵਾਰ ਬਰੀ ਹੋ ਜਾਂਦੇ ਸੀਗੇ। ਤਾਂ ਈਵਨ ਬਹੁਤ ਸਾਰਿਆਂ ਨੇ ਬਹੁਤ ਤਰ੍ਹਾਂ ਦਾ ਉਹਨਾਂ ਦਾ 3rd ਡਿਗਰੀ ਟੌਰਚਰ ਵੀ ਜਿਹੜਾ ਹੈਗਾ ਆ ਸੁਣਨ ਦੇ ਵਿੱਚ ਆਉਂਦਾ। ਮੇਰੇ ਇਕੱਲੇ ਫਾਦਰ ਸਾਹਿਬ ਨਹੀਂ, ਮੇਰੇ ਤਾਇਆ ਜੀ ਵੀ, ਪਾਪਾ ਕਹਿੰਦੇ ਉਹਨਾਂ ਨੇ ਸਾਨੂੰ ਪਾਲਿਆ। ਉਹਨਾਂ ਦੀ ਅੱਜ ਵੀ ਮਤਲਬ ਚਲੋ ਉਹ ਗੱਲ ਬਾਅਦ 'ਚ ਕਰਦੀ ਹਾਂ ਨਾ, ਪਹਿਲਾਂ ਫਾਦਰ ਸਾਹਿਬ ਦੀ ਗੱਲ ਕਰ ਰਹੀ ਸੀ। ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਹਾਲਾਤ ਠੀਕ ਨਹੀਂ, ਵੀ ਕਿਤੇ ਨਾ ਕਿਤੇ ਪੁਲਿਸ ਇਨਕਾਊਂਟਰ 'ਚ ਮਾਰ ਹੀ ਦੇਣਾ ਆ, ਦੈਨ ਉਹਨਾਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਵਧਾਵਾ ਸਿੰਘ ਬੱਬਰ ਦੀ ਜਿਹੜੀ ਔਰਗੇਨਾਈਜੇਸ਼ਨ ਸੀਗੀ ਉਹ ਜੁਆਇਨ ਕਰ ਲਈ ਸੀਗੀ। ਆਈ ਥਿੰਕ 89 ਦੇ ਨੇੜੇ ਤੇੜੇ 89 90 91 ਦੇ ਵਿੱਚ। ਤੇ ਹੀ ਵਾਜ਼ ਵੈਰੀ ਐਕਟਿਵ। ਤੇ 1993 ਦੀ 6 ਜਨਵਰੀ ਨੂੰ ਮਾਛੀਵਾੜਾ ਦੇ ਨੇੜੇ ਕਿਸੇ ਨੇ ਮੁਖਬਰੀ ਦੇ ਕੇ ਪੁਲਿਸ ਇਨਕਾਊਂਟਰ ਕਰਵਾਇਆ। ਤੇ ਫਿਰ ਉਸ ਤੋਂ ਬਾਅਦ ਸਾਨੂੰ ਡੈੱਡ ਬੋਡੀ ਵੀ ਉਹਨਾਂ ਦੀ ਨਹੀਂ ਦਿੱਤੀ ਗਈ ਸੀਗੀ। ਤੇ ਫਿਰ ਪਿੰਡ ਦੇ ਲੋਕ ਗਏ ਤਾਂ ਉਹਨਾਂ ਨੇ ਸਾਨੂੰ ਅਸਥੀਆਂ ਦਿੱਤੀਆਂ ਸੀਗੀਆਂ। ਇਹ ਆਇਡੈਂਟੀਫਾਈ ਹੋ ਗਿਆ ਸੀਗਾ। ਇੱਕ ਫਾਦਰ ਸਾਹਿਬ ਸੀਗੇ, ਇੱਕ ਨਾਲ ਦੇ ਪਿੰਡ ਤੋਂ ਇੱਕ ਯੰਗ, ਉਹਨਾਂ ਤੋਂ ਵੀ ਯੰਗ ਨੌਜਵਾਨ ਸੀਗਾ। ਉਹ 35 ਸਾਲ ਤੋਂ ਛੋਟੀ ਉਮਰ ਸੀਗੀ ਮੇਰੇ ਫਾਦਰ ਸਾਹਿਬ ਦੀ, ਅੱਜ ਜਿੰਨੀ ਮੇਰੀ ਏਜ, ਇੱਦੋਂ ਮਤਲਬ ਘੱਟ ਉਮਰ ਦੇ ਸੀਗੇ ਉਹ ਜਦੋਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਆ। ਸੋ ਗੱਲ ਇਹੀ ਆ ਕਿ ਉਹ ਅਸੂਲਨ ਜ਼ੁਲਮ ਦੇ ਵਿਰੁੱਧ ਲੜਦੇ ਹੋਏ ਸ਼ਹੀਦ ਹੋਏ ਨੇ। ਤੇ ਇਹੀ ਸਾਨੂੰ ਪ੍ਰੇਰਨਾ ਵੀ ਦਿੱਤੀ ਆ ਉਹਨਾਂ ਨੇ ਕਿ ਜਿਵੇਂ ਲੋਕਾਂ ਦੀਆਂ ਧੀਆਂ ਜਿਹੜੀਆਂ ਦਾਜ ਦੀ ਬਲੀ ਚੜ੍ਹਦੀਆਂ ਸੀ ਉਸ ਸਮੇਂ ਬਹੁਤ ਜ਼ਿਆਦਾ ਹੁੰਦਾ ਸੀਗਾ, ਤਾਂ ਉਹਨਾਂ ਨੂੰ ਵਸਾਉਣਾ ਤੇ ਹੋਰ ਸਮਾਜ ਸੁਧਾਰ ਦੇ ਜਿਹੜੇ ਕੰਮ ਹੁੰਦੇ ਸੀਗੇ ਕਿ ਵਿਆਹ ਦੇ ਉੱਤੇ ਜ਼ਿਆਦਾ ਖਰਚਾ ਨਾ ਕਰੋ, ਵਿਆਹ ਥੋੜ੍ਹੇ ਲੋਕਾਂ ਦਾ ਹੋਣਾ ਚਾਹੀਦਾ, ਮਤਲਬ ਵੀ 5 ਬੰਦੇ ਜਾਣ ਵਿਆਹ ਕੇ ਲਿਆਉਣ, ਆਨੰਦ ਕਾਰਜ ਹੋਣ, ਮਤਲਬ ਇੱਕ ਸਾਦਾ ਜੀਵਨ ਦੇ ਉੱਤੇ ਫੋਕਸ ਕਰਦੇ ਸੀਗੇ। ਸੋ ਉਹ ਜਿਹੜੀਆਂ ਸਿੱਖਿਆਵਾਂ ਸੀਗੀਆਂ ਉਹਨਾਂ ਦੇ ਉੱਤੇ ਉਹਨਾਂ ਨੇ ਪਹਿਰਾ ਦਿੱਤਾ। ਸੋ ਉਹਨਾਂ ਤੋਂ ਪ੍ਰੇਰਨਾ ਲੈ ਕੇ ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਕੁ ਵੀ ਅਸੀਂ ਆਪਣੀ ਇਹ ਜ਼ਿੰਦਗੀ ਹੈਗੀ ਆ ਸਮਾਜ ਦੇ ਲੇਖੇ, ਕੌਮ ਦੇ ਲੇਖੇ ਲਾ ਸਕਦੇ ਹਾਂ। ਜੀ, ਤੁਸੀਂ ਆਪਣੇ ਫਾਦਰ ਸਾਹਿਬ ਨੂੰ ਕਦੇ ਮਿਲੇ ਹੈਗੇ, ਉਹਨਾਂ ਦੇ ਨਾਲ ਕੁਝ ਪਲ ਬਿਤਾਉਣ ਦਾ ਤੁਹਾਨੂੰ ਮੌਕਾ ਮਿਲਿਆ ਆ? ਮੈਂ 6 ਸਾਲ ਦੀ ਸੀ, ਬਟ ਮੈਨੂੰ ਮੈਮਰੀਜ਼ ਯਾਦ ਆ ਕਿਉਂਕਿ ਮੇਰੀ ਉਹਨਾਂ ਨਾਲ ਪਿਆਰ ਬਹੁਤ ਜ਼ਿਆਦਾ ਹੁੰਦਾ ਸੀਗਾ ਛੋਟੀ ਤੋਂ ਹੀ। ਜਦੋਂ ਹੀ ਮੈਂ ਮਤਲਬ ਮੈਂ 2nd ਚਾਈਲਡ ਸੀਗੀ ਤੇ ਮੇਰੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ। ਨਿੱਕੀ ਹੁੰਦੀ ਤੋਂ ਹੀ ਮੈਂ ਉਹਨਾਂ ਦੇ ਨਾਲ ਹੀ ਸੌਂਦੀ ਹੁੰਦੀ ਸੀਗੀ। ਤੇ ਜਦੋਂ ਨਹੀਂ ਹੁੰਦੇ ਸੀਗੇ ਮਤਲਬ ਫਿਰ ਜਾਣ ਲੱਗ ਗਏ ਤਾਂ ਮੈਂ ਜੇਲ੍ਹਾਂ 'ਚ ਮਿਲਣ ਵੀ ਗਈ ਹਾਂ ਉਹਨਾਂ ਨੂੰ, ਆਪਣੇ ਮਦਰ ਨਾਲ, ਆਪਣੇ ਮਾਮਾ ਜੀ ਨਾਲ। ਤੇ ਮੈਨੂੰ ਇੱਕ ਇੰਸੀਡੈਂਟ ਯਾਦ ਆ ਕਿ ਜਦੋਂ ਉਹਨਾਂ ਨੇ ਮੂਵਮੈਂਟ ਜੁਆਇਨ ਕਰ ਲਿਆ ਸੀਗਾ ਤਾਂ ਸਾਡੇ ਇੱਥੋਂ 4-5 ਕਿਲੋਮੀਟਰ ਦੂਰ ਪਿੰਡ ਆ, ਤੇ ਉੱਥੇ ਡੇਰੇ 'ਤੇ ਬੁਲਾਇਆ ਉਹਨਾਂ ਨੇ ਵੀ ਮਿਲਣ ਲਈ ਲੈ ਕੇ ਆਇਓ ਮੈਨੂੰ ਤੇ ਮੇਰੀ ਜਿਹੜੀ ਹੈਗੀ ਆ ਵੱਡੀ ਸਿਸਟਰ, ਛੋਟੀ, ਬਹੁਤ ਛੋਟੀ ਸੀ ਉਦੋਂ, ਫਿਊ ਮੰਥਸ ਸੀ। ਤੇ ਸਾਨੂੰ ਬੁਲਾਇਆ ਮਿਲਣ ਲਈ ਤੇ ਅਸੀਂ ਚਲੇ ਗਏ ਉੱਥੇ। ਤੇ ਮੈਂ ਡੈਡ ਨਾਲ ਬੈਠ ਕੇ ਪਰੌਂਠੇ ਖਾਧੇ ਰੱਜ ਕੇ। ਐਂਡ ਦੈਨ ਪੁਲਿਸ ਨੇ ਨਾ ਘੇਰਾ ਪਾ ਲਿਆ ਤੇ ਪੁਲਿਸ ਦਾ ਘੇਰਾ ਪੈ ਗਿਆ, ਰੌਲਾ ਪੈ ਗਿਆ ਤੇ ਫਾਦਰ ਸਾਹਿਬ ਉੱਥੋਂ ਚਲੇ ਗਏ ਸੀ। ਮੈਨੂੰ ਯਾਦ ਆ ਫੋਟੋਜ਼ ਵੀ ਕਲਿੱਕ ਕੀਤੀਆਂ ਸੀਗੀਆਂ। ਫਿਰ ਉਹਨੂੰ ਉਹਨਾਂ ਨੇ ਡਿਸਟਰੋਏ ਕਰਤਾ ਸੀ, ਦੱਬਤਾ ਸੀਗਾ। ਤੇ ਮੈਨੂੰ ਵੀ ਰਜਾਈ ਵਾਲੇ ਕਮਰੇ 'ਚ ਵਾੜ ਕੇ ਰਜਾਈਆਂ ਉੱਤੇ ਦੱਬ ਬਹੁਤ ਸਾਰਾ ਦਬਾਅ ਪਾਤਾ।
ਤੇ ਫਿਰ ਕਣਕ ਨੂੰ ਅੱਗ ਲਾਤੀ ਸੀ, ਆਲੇ ਦੁਆਲੇ ਅੱਗ ਲੱਗੀ ਹੋਈ ਸੀਗੀ ਤੇ ਫਿਰ ਉੱਥੋਂ ਨਿਕਲ ਗਏ ਸੀਗੇ। ਸੋ ਇਹੋ ਜਿਹਾ, ਬਟ ਸਾਡੇ ਪਿੰਡ ਨੇ ਹਮੇਸ਼ਾ ਫੈਮਿਲੀ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਜੀ, ਹੈ ਨਾ, ਮਤਲਬ ਕੋਈ ਵੀ ਗੱਲ ਨਹੀਂ ਹੈਗੀ। ਜਦੋਂ ਮੇਰੇ ਫਾਦਰ ਸਾਹਿਬ ਮਿਲਣ ਵੀ ਆਉਂਦੇ ਹੁੰਦੇ ਸੀਗੇ ਤਾਂ ਪਿੰਡ ਦੇ ਲੋਕ ਆਲੇ ਦੁਆਲੇ ਪਹਿਰਾ ਦੇਣ ਲੱਗ ਜਾਂਦੇ ਹੁੰਦੇ ਸੀਗੇ ਵੀ ਕੋਈ ਵੀ ਗੱਲ ਹੋਊਗੀ ਤਾਂ ਦੱਸ ਦਾਂਗੇ। ਤਾਂ ਮੈਂ ਉਦੋਂ ਵੀ ਮਿਲਣ ਜਾਂਦੀ ਹੁੰਦੀ ਸੀ, ਮੈਂ ਉਹਨਾਂ ਨੂੰ AK-47 ਦੇ ਨਾਲ ਵੀ ਦੇਖਿਆ। ਅਤੇ ਜਦੋਂ ਮੈਨੂੰ ਕੁਛ ਚੀਜ਼ਾਂ ਯਾਦ ਹੁੰਦੀਆਂ ਨੇ ਆਪਾਂ ਨੂੰ, ਜਦੋਂ ਮੈਂ ਦੇਖਦੀ ਹੁੰਦੀ ਸੀ ਵੀ AK-47 ਤਾਂ ਮੈਨੂੰ ਕਹਿੰਦੇ ਹੁੰਦੇ ਸੀ ਕਿ ਮੇਰੀ ਬੇਟੀ ਵੱਡੀ ਹੋ ਕੇ ਕਲਮ ਦੇ ਨਾਲ ਲੜਾਈ ਲੜੂਗੀ। ਸੋ ਵਾਹਿਗੁਰੂ ਦੀ ਮਿਹਰ ਆ, ਆਸ਼ੀਰਵਾਦ ਆ ਕਿ ਅੱਜ ਉਹ ਲੜਾਈ ਲੜ ਵੀ ਰਹੇ ਆ ਕਲਮ ਦੇ ਨਾਲ, ਕਿਉਂਕਿ ਹਰ ਟਾਈਮ ਕੋਈ ਵੀ ਹਥਿਆਰਾਂ ਨਾਲ ਲੜਨਾ ਨਹੀਂ ਚਾਹੁੰਦਾ, ਉਹਨੂੰ ਮਜਬੂਰੀ, ਉਹਨੂੰ ਹਾਲਾਤ ਆ ਜਿਹੜੇ ਹਥਿਆਰਾਂ ਦੇ ਨਾਲ ਲੜਨ ਲਈ ਮਜਬੂਰ ਕਰਦੇ ਨੇ। ਸੋ ਕਲਮ ਬਹੁਤ ਵੱਡੀ ਤਾਕਤ ਹੁੰਦੀ ਹੈ ਜਿਹਦੇ ਨਾਲ ਅਸੀਂ ਲੋਕਾਂ ਨੂੰ ਜਗਾ ਸਕਦੇ ਹਾਂ। ਸੋ ਉਹਨਾਂ ਦਾ ਸੁਪਨਾ ਸੀਗਾ, ਉਹਦੇ 'ਤੇ ਚੱਲ ਰਹੇ ਹਾਂ ਜੀ। ਤੁਹਾਨੂੰ ਕਦੇ ਡਰ ਨਹੀਂ ਲੱਗਿਆ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਫਾਦਰ ਸਾਹਿਬ ਨੂੰ ਮਿਲਣ ਗਏ ਤਾਂ ਪੁਲਿਸ ਨੇ ਘੇਰਾ ਪਾ ਲਿਆ, ਉਸ ਸਮੇਂ ਤੁਸੀਂ ਬਹੁਤ ਛੋਟੇ ਸੀਗੇ, ਇਸ ਚੀਜ਼ ਦਾ ਤੁਹਾਡੇ ਮਨ ਦੇ ਉੱਤੇ ਕੋਈ ਡੂੰਘਾ ਅਸਰ ਤਾਂ ਨਹੀਂ ਪਿਆ? ਨਹੀਂ, ਮੈਨੂੰ ਪਤਾ ਨਹੀਂ, ਮੈਂ ਸ਼ਾਇਦ ਸ਼ੁਰੂ ਹੀ ਇਹ ਜੀ ਸੀਗੀ। ਮੇਰੀ ਵੱਡੀ ਸਿਸਟਰ ਡਰ ਜਾਂਦੀ ਹੁੰਦੀ ਸੀਗੀ ਬਟ ਮੈਂ ਨਹੀਂ ਡਰੀ। ਆਈ ਡੋਂਟ ਨੋ, ਮਤਲਬ ਮੈਨੂੰ ਇੱਕ ਵਾਰ ਯਾਦ ਆ ਕਿ ਮਤਲਬ ਹਾਸਾ ਵੀ ਨਹੀਂ, ਹੁਣ ਸਮਝ ਨਹੀਂ ਆਉਂਦਾ ਨਾ, ਮਿਕਸਡ ਐਕਸਪ੍ਰੈਸ਼ਨ ਨੇ, ਮੈਂ ਕੀ ਕਹਾਂ। ਅਤੇ ਪੁਲਿਸ ਆਈ ਅਤੇ ਦਾਦੀ ਜੀ ਸੀ ਘਰੇ, ਮੰਮਾ ਹੁਣਾਂ ਨੂੰ ਅਸੀਂ ਪਹਿਲਾਂ ਹੀ ਸਾਈਡ 'ਤੇ ਉਹਨਾਂ ਨੇ ਘਰਦਿਆਂ ਨੇ ਕਰਤਾ ਸੀਗਾ। ਅਤੇ ਕਿਉਂਕਿ ਮੇਰੇ ਮਦਰ ਯੰਗ ਸੀਗੇ ਅਤੇ ਪੁਲਿਸ ਲੈ ਜਾਏ, ਮੇਰੇ ਤਾਈ ਜੀ ਨੂੰ ਲੈ ਗਏ ਸੀ ਵੱਡੇ ਮੰਮਾ ਨੂੰ ਉਦੋਂ ਪੁਲਿਸ ਚੱਕ ਕੇ। ਅਤੇ ਮੈਨੂੰ ਪੁਲਿਸ ਨੇ ਆ ਕੇ ਮੇਰੀ ਦਾਦੀ ਨੂੰ ਮਤਲਬ ਕੀਤਾ ਵੀ ਕਿੱਥੇ ਆ, ਕਿੱਦਾਂ, ਹੈ ਨਾ। ਅਤੇ ਮੈਂ ਕਿਹਾ ਮੇਰੀ ਦਾਦੀ ਨੂੰ ਕਾਹਤੇ ਤੰਗ ਕੀਤਾ, ਮੈਂ ਲਾਈਕ ਆਈ ਵਾਜ਼ ਓਨਲੀ 5, ਹੈ ਨਾ। ਮੈਂ ਅੱਗੇ ਉਹਨਾਂ ਦੀ ਗੱਲ ਕਰ ਰਹੀ, ਅਤੇ ਉਹਨੇ ਮੇਰਾ ਰੱਖੜਾ ਮਾਰਿਆ, ਮੇਰਾ ਸਿਰ ਕੰਧ 'ਚ ਵੱਜਿਆ। ਸੋ ਉਸ ਸਮੇਂ ਵੀ ਨਹੀਂ ਡਰੇ, ਮੇ ਬੀ ਇਹੋ ਜਿਹੇ ਨੇਚਰ ਸੀ, ਇਸ ਲਈ ਮੈਂ ਵੀ ਜੇਲ੍ਹ ਕੱਟ ਲਈ। ਸੋ ਮੇ ਬੀ ਇਹ ਚੀਜ਼ਾਂ ਕੁਛ ਖੂਨ 'ਚ ਹੁੰਦੀਆਂ ਨੇ, ਕੁਛ ਕੁ ਡਰਦੇ ਐ ਨਹੀਂ, ਇਹੋ ਜਿਹੀ ਗੱਲ ਨਹੀਂ ਕਿ ਸੁਭਾਅ ਵੀ ਹੁੰਦਾ। ਸ਼ਾਇਦ ਮੇਰਾ ਸੁਭਾਅ ਮੇਰੇ ਫਾਦਰ ਸਾਹਿਬ ਵਰਗਾ ਆ, ਮੇਰੀ ਸਿਸਟਰ ਉਹ ਡਰ ਜਾਂਦੀ ਸੀਗੀ। ਅਤੇ ਉਹ ਸਾਈਕੋਲੋਜੀ ਆ, ਫਰਕ ਪੈਂਦਾ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਵੀ ਇਸ ਚੀਜ਼ ਦੇ ਉੱਤੇ ਵੀ ਤੁਹਾਡਾ ਇਨਵਾਇਰਮੈਂਟ ਕਿਹੋ ਜਿਹਾ ਰਿਹਾ ਆ, ਜਾਂ ਜਦੋਂ ਤੁਸੀਂ ਆਪਣੀ ਮਦਰ ਦੇ ਪੇਟ ਦੇ ਵਿੱਚ ਉਦੋਂ ਉੱਥੇ ਇਨਵਾਇਰਮੈਂਟ ਕਿਹੋ ਜਿਹਾ ਰਿਹਾ। ਸੋ ਬਹੁਤ ਸਾਰੀਆਂ ਚੀਜ਼ਾਂ ਇਸ ਚੀਜ਼ ਨੂੰ ਇਫੈਕਟ ਕਰਦੀਆਂ ਨੇ, ਜੋ ਜਿਹਾ ਥੋਟ ਪ੍ਰੋਸੈਸ ਉਸ ਸਮੇਂ ਮਦਰ ਫਾਦਰ ਦਾ ਹੁੰਦਾ, ਇਨਵਾਇਰਮੈਂਟ ਹੁੰਦਾ, ਉਹੋ ਜਿਹੇ ਤੁਸੀਂ ਬਣ ਜਾਂਦੇ ਆ ਜੀ। ਜਿਵੇਂ ਤੁਸੀਂ ਦੱਸਿਆ ਸੀਗਾ ਕਿ ਤੁਹਾਡੇ ਤਾਇਆ ਜੀ ਨੂੰ ਵਿੱਚ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ, ਤਾਂ ਥੋੜ੍ਹਾ ਜਿਹਾ ਉਹਨਾਂ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਮੇਰੇ ਉਹਨਾਂ ਨੂੰ ਜਥੇਦਾਰ ਕਹਿੰਦੇ ਨੇ, ਜਥੇਦਾਰ ਸੁਰਿੰਦਰ ਸਿੰਘ ਗਿੱਲ। ਐਕਚੁਅਲੀ ਹੀ ਵਾਜ਼ ਇਨਟੂ ਅਕਾਲੀ ਲਹਿਰ। ਜਦੋਂ ਗੁਰਦੁਆਰਾ ਸੁਧਾਰ ਅੰਦੋਲਨ ਚੱਲਦੀ ਹੈ ਜਾਂ 84 ਦਾ ਜੋ ਇੰਸੀਡੈਂਟ ਹੁੰਦਾ, ਅਤੇ ਉਹ ਜਾਂਦੇ ਆਉਂਦੇ ਹੁੰਦੇ ਸੀਗੇ, ਜੋ ਵੀ ਉਹ ਲਹਿਰ ਸੀਗੀ ਉਹਦੇ ਵਿੱਚ ਹੀ ਵਾਜ਼ ਪਾਰਟ ਆਫ ਦੈਟ। ਅਤੇ ਉਹਨਾਂ ਕਰਕੇ ਹੀ ਲੋਕਾਂ ਨੇ ਨਾਮ ਲੈਣਾ ਸ਼ੁਰੂ ਕੀਤਾ। ਮੇਰੇ ਫਿਰ ਡੈਡ ਦਾ ਵੀ ਉੱਦਾਂ ਹੀ ਨਾਮ ਲੈਣਾ ਸ਼ੁਰੂ ਹੋ ਗਿਆ। ਸੋ ਮੇਰੇ ਪਰ ਇੱਕ ਸੀਗਾ ਕਿ ਜਦੋਂ ਡੈਡ ਥੋੜ੍ਹੇ ਗਰਮ ਖੂਨ ਸੀਗੇ, ਤਾਇਆ ਜੀ ਮੇਰੇ ਠਰਮੇ ਵਾਲੇ ਨੇ, ਮੈਂ ਤਾਇਆ ਜੀ ਨਹੀਂ, ਮੈਂ ਪਾਪਾ ਹੀ ਕਹਿੰਦੀ ਹਾਂ, ਉਹ ਠਰਮੇ ਵਾਲੇ ਨੇ। ਉਹ ਬਹੁਤ ਸਹਿਜ ਹੋ ਕੇ ਚੱਲਦੇ, ਇੱਕਦਮ ਗੁੱਸਾ ਆਉਂਦਾ ਬਟ ਹੀ ਇਜ਼ ਕੂਲ, ਅਤੇ ਉਹ ਚੀਜ਼ ਨੂੰ ਸਮਝ ਕੇ ਚੱਲਦੇ ਆ, ਠਰਮੇ ਨਾਲ ਚੱਲਦੇ ਆ। ਸੋ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ। ਉਹਨਾਂ ਨੇ ਵੀ ਬਹੁਤ ਸਾਰੀ ਪੁਲਿਸ ਦੀ ਕੁੱਟ ਖਾਧੀ ਆ। ਹੁਣ ਵੀ ਸਰਦੀਆਂ 'ਚ ਜਦੋਂ ਉੱਠਦੇ ਆ, ਇੱਥੇ ਪਸਲੀਆਂ ਉਹਨਾਂ ਦੀਆਂ, ਮਤਲਬ ਇੱਕਦਮ ਉਹਨਾਂ ਤੋਂ ਉੱਠਿਆ ਨਹੀਂ ਜਾਂਦਾ। ਸੋ ਪਹਿਲਾਂ ਹੀਟ ਦੇਣੀ ਪੈਂਦੀ ਆ, ਫਿਰ ਉੱਠ ਪਾਉਂਦੇ ਆ। ਪਸਲੀਆਂ ਟੁੱਟੀਆਂ ਹੋਈਆਂ ਨੇ, ਸਰੀਰ ਦੇ ਬਹੁਤ ਸਾਰੇ ਦਾਗ ਆ ਉਹਨਾਂ ਦੇ, ਮਤਲਬ ਬਾਡੀ ਪਾਰਟਸ ਦੇ ਉੱਤੇ। ਪ੍ਰਾਈਵੇਟ ਪਾਰਟਸ ਨੂੰ ਜਿਹੜਾ ਹੈਗਾ ਆ, ਪੁਲਿਸ ਜਿਹੜਾ ਟੌਰਚਰ ਕਰਦੀ ਸੀ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜਾ ਉਹਨਾਂ ਨੇ ਬਰਦਾਸ਼ਤ ਕੀਤਾ। ਬਟ ਮੈਂ ਕਈ ਵਾਰ ਮਤਲਬ ਅੱਗੇ ਪੁੱਛ ਲੈਂਦੇ ਹੁੰਦੇ ਸੀ ਵੀ ਤੁਸੀਂ ਇੱਦਾਂ, ਅਤੇ ਵੀ ਡੈਡ ਉੱਧਰ ਚਲੇ ਗਏ, ਤਾਂ ਉਹ ਕਹਿੰਦੇ ਹੁੰਦੇ ਸੀਗੇ ਕਿ ਮੈਨੂੰ ਦਿਖਦਾ ਸੀਗਾ ਵੀ 2 ਬੇਟੇ ਆ, ਬੇਟਿਆਂ ਦਾ ਤਾਂ ਫਿਰ ਵੀ ਪਲ ਜਾਣਗੇ, 3 ਬੇਟੀਆਂ ਨੇ। ਅਤੇ ਉਹਨਾਂ ਦਾ ਇੱਕ ਵਾਰ ਪੁਲਿਸ ਇਨਕਾਊਂਟਰ ਕਰਨ ਲੈ ਕੇ ਗਈ ਸੀਗੀ। ਦੇਖੋ ਇਹ ਵੀ ਪਰਮਾਤਮਾ ਦੀ ਹੁੰਦੀ ਆ। ਤਾਂ ਪਾਪਾ ਦੱਸਦੇ ਆ ਕਿ ਉਹਨਾਂ ਨੂੰ ਇੱਥੇ ਲੁਧਿਆਣੇ ਕੋਲ ਦੀ ਸੀਗੇ CI ਸਟਾਫ, ਅਤੇ ਉਹ ਲੈ ਕੇ ਗਏ ਸੀਗੇ। ਤਾਂ ਉਹਨਾਂ ਦਾ ਇਨਕਾਊਂਟਰ ਕਰਨਾ ਸੀਗਾ ਉੱਦਣ ਉਹਨਾਂ ਨੇ, ਤਾਂ 3-4 ਮਹੀਨੇ ਤੋਂ ਪਤਾ ਨਹੀਂ ਲੱਗ ਰਿਹਾ ਸੀ ਵੀ ਕਿੱਥੇ ਨੇ। ਅਤੇ ਜਦੋਂ ਉਹਨਾਂ ਨੂੰ ਇਨਕਾਊਂਟਰ ਕਰਨਾ ਸੀਗਾ, ਅਤੇ ਉਹ ਕਹਿੰਦੇ ਵੀ ਤੇਰੀ ਆਖਰੀ ਇੱਛਾ ਕੀ ਆ? ਅਤੇ ਉਹ ਕਹਿੰਦੇ ਮੈਂ ਪਾਠ ਕਰਨਾ। ਮੋਟਰ ਸੀਗੀ ਕਹਿੰਦੇ ਜਿੱਥੇ ਲੈ ਕੇ ਗਏ ਸੀਗੇ, ਅਤੇ ਉਹ ਪਾਠ ਕਰਨ ਲੱਗ ਗਏ ਉੱਥੇ, ਅਤੇ ਉਹਨਾਂ ਨੇ ਪਾਠ ਕੀਤਾ। ਅਤੇ ਪਤਾ ਨਹੀਂ ਪੁਲਿਸ ਵਾਲੇ ਦੇ ਮਨ 'ਚ ਕੀ ਹੋਇਆ, ਉਹ ਕਹਿੰਦਾ ਅੱਜ ਦੇ ਬੰਦੇ ਪੂਰੇ ਹੋ ਗਏ, ਚੱਲ ਤੈਨੂੰ ਪਿੰਡ ਛੱਡ ਆਉਂਦੇ ਆ। ਤੂੰ ਪਿੰਡ ਛੱਡ ਗਏ। ਮਤਲਬ ਪਰਮਾਤਮਾ ਦੀ ਆ, ਕੀ ਮਰਜ਼ੀ ਆ, ਕੀ ਨਹੀਂ ਆ, ਉਹਦੇ ਉਹ ਸਾਹ ਆ, ਉਹਨੇ ਕਦੋਂ ਲੈਣਾ ਕਦੋਂ ਛੱਡਣਾ, ਇਹ ਉਹਦੇ ਹੱਥ ਵਿੱਚ ਆ। ਅਤੇ ਸੋ ਹੀ ਵਾਜ਼ ਪਾਰਟ ਆਫ ਇਟ। ਉਹਨਾਂ ਨੇ ਸੰਘਰਸ਼ ਬਹੁਤ, ਮਤਲਬ ਉਹਨਾਂ ਦੇ ਜੀਵਨ ਦਾ ਸੰਘਰਸ਼ ਦਾ ਤੁਸੀਂ ਦੇਖੋ ਕਿ ਉਹ 7 ਸਾਲ ਦੇ ਸੀਗੇ ਜਦੋਂ ਤੋਂ ਆਪਣੇ ਭੈਣ ਭਰਾਵਾਂ ਨੂੰ ਪੜ੍ਹਾ ਰਹੇ ਸੀ, ਅਤੇ ਆਪ ਹੀ 7 ਸਾਲ ਦੀ ਉਮਰ ਦੇ ਵਿੱਚ ਸੜਕ, ਕਿੰਨੀ ਕੁ ਉਮਰ ਹੁੰਦੀ ਆ, ਸੜਕਾਂ 'ਤੇ ਜਿਹੜਾ ਘਾਹ ਉੱਗਿਆ ਹੋਇਆ ਆ ਉਹਨੂੰ ਵੱਢ ਕੇ ਲਿਆਉਣਾ, ਫਿਰ ਮੱਝਾਂ ਦਾ ਦੁੱਧ ਪਾਉਣਾ, ਦੁੱਧ ਪਾ ਕੇ, ਅਤੇ ਫਿਰ ਵੱਡੇ ਹੋ ਗਏ ਆ ਪਿੰਡੋਂ। ਪਹਿਲਾਂ ਮਤਲਬ ਦੋਜੀ ਦਾ ਕੰਮ ਕੀਤਾ, ਫਿਰ ਜ਼ਮੀਨਾਂ ਛਡਾਈਆਂ ਕਬਜ਼ਿਆਂ 'ਚੋਂ, ਭੈਣ ਭਰਾ ਪਾਲੇ, ਭੈਣ ਦਾ ਵਿਆਹ ਕੀਤਾ, ਭਰਾ ਦਾ ਵਿਆਹ ਕੀਤਾ। ਸੋ ਜੀ
ਉਹਨਾਂ ਦੀ ਸੰਘਰਸ਼ਮਈ ਜ਼ਿਆਦਾ ਆ ਜ਼ਿੰਦਗੀ, ਫਿਰ ਸਾਨੂੰ ਸਾਰਿਆਂ ਨੂੰ ਸੈਟਲ ਕੀਤਾ ਉਹਨਾਂ ਨੇ। ਜੀ, ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ, ਤੁਹਾਡੇ ਪਿਤਾ ਜੀ ਦਾ ਨਾਮ ਭਾਈ ਹਾਕਮ ਸਿੰਘ ਸੀਗਾ, ਪਰ ਉਹਨਾਂ ਨੂੰ ਬਘੇਲ ਸਿੰਘ ਵੀ ਕਿਹਾ ਜਾਂਦਾ ਹੈ। ਇਸ ਬਾਰੇ ਥੋੜ੍ਹਾ ਜਿਹਾ ਦੱਸੋਗੇ, ਤੁਹਾਨੂੰ ਕੁਝ ਜਾਣਕਾਰੀ ਹੈ ਕਿ ਉਹਨਾਂ ਦੇ ਨਾਮ ਨਾਲ ਬਘੇਲ ਸਿੰਘ ਕਿਵੇਂ ਜੁੜਿਆ ਸੀਗਾ? ਮੈਨੂੰ ਜ਼ਿਆਦਾ ਜਾਣਕਾਰੀ ਨਹੀਂ, ਬਟ ਇੰਨਾ ਕਹਿੰਦੇ ਆ ਕਿ ਰੋਜ਼ ਗਾਰਡਨ ਦੇ ਨੇੜੇ ਤੇੜੇ ਕੋਈ ਇੰਸੀਡੈਂਟ ਹੋਇਆ ਸੀ, ਉਦੋਂ ਬਾਅਦ ਉਹਨਾਂ ਨੂੰ ਬਘੇਲ ਸਿੰਘ ਬੱਬਰ ਕਹਿਣ ਲੱਗ ਗਏ ਸੀਗੇ ਜੀ। ਸੋ ਇਹ ਐਸੋਸੀਏਸ਼ਨ ਜਥੇਬੰਦੀ ਦੇ ਵਿੱਚ ਵੀ ਹੁੰਦਾ ਆ ਕਿ ਹਰੇਕ ਨੂੰ 2 ਨਾਮ ਦਿੱਤੇ ਜਾਂਦੇ ਸੀਗੇ ਤੇ ਉਹਨਾਂ ਨੂੰ ਬਘੇਲ ਸਿੰਘ ਬੱਬਰ ਦਾ ਨਾਮ ਦਿੱਤਾ ਗਿਆ ਸੀ। ਬਹੁਤ ਸਾਰੇ ਲੋਕ ਇਹ ਕਹਿੰਦੇ ਹੈਗੇ ਕਿ ਖਾੜਕੂਆਂ ਤੋਂ ਡਰ ਲੱਗਦਾ ਸੀਗਾ, ਤੁਸੀਂ ਮਤਲਬ ਕਿ ਉਹਨਾਂ ਸਾਰੇ ਅਨੁਭਵਾਂ ਨੂੰ ਆਪਣੇ ਤੇ ਹੰਡਾਇਆ ਹੈ, ਤੁਸੀਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕੀਤਾ ਹੈ, ਤੁਹਾਡੇ ਪਿਤਾ ਜੀ ਇਸ ਲਹਿਰ ਦੇ ਨਾਲ ਜੁੜੇ ਰਹੇ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਪਤਾ ਕੀ ਹੈ ਜੀ, ਕੋਈ ਜੰਮਦਾ ਤਾਂ ਖਾੜਕੂ ਬਣਦਾ ਨਹੀਂ, ਤੇ ਆਪਾਂ ਗੱਲ ਯੂਜ਼ ਕਰਦੇ ਹਾਂ ਜੋ ਸਰਕਾਰ ਯੂਜ਼ ਕਰਦੀ ਹੈ, ਟੈਰਰਿਸਟ। ਕੋਈ ਮਾਂ ਦੇ ਢਿੱਡ ਤੋਂ ਟੈਰਰਿਸਟ ਬਣ ਕੇ ਨਹੀਂ ਆਉਂਦਾ, ਉਹ ਵੀ ਨਾਰਮਲ ਜ਼ਿੰਦਗੀ ਜਿਉਂਦੇ ਸੀਗੇ ਤੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਆ ਹਥਿਆਰ ਚੱਕਣ ਲਈ, ਵਿਦਰੋਹ ਕਰਨ ਲਈ। ਹੁਣ ਜਿਵੇਂ ਅੱਜ ਦੀ ਗੱਲ ਕਰ ਲਓ ਹੈ ਨਾ, ਅੱਜ ਦਾ ਦੌਰ ਆ, ਅਸੀਂ ਵਿਦਰੋਹ ਕਰਦੇ ਹਾਂ, ਅਸੀਂ ਨਾਰਮਲ ਵਿਦਰੋਹ ਕਰੀ ਜਾਂਦੇ। ਜੇ ਸਾਡੇ ਤੇ ਜਿਵੇਂ ਜਗਮੀਤ ਆ, ਹੁਣੀ ਲੇਟੈਸਟ ਐਗਜ਼ਾਮਪਲ ਲੈ ਲੈਂਦੇ ਹਾਂ ਹੈ ਨਾ, ਹੀ ਇਜ਼ ਡੂਇੰਗ ਨਥਿੰਗ, ਸਿਰਫ ਉਹ ਇੱਕ ਆਪਣਾ ਫੰਡਾਮੈਂਟਲ ਰਾਈਟ ਆ ਜਿਹੜਾ ਐਕਸਰਸਾਈਜ਼ ਕਰ ਰਿਹਾ, ਬਟ ਉਹਦੇ ਤੇ ਕੇਸ ਪੈ ਗਿਆ, ਕੱਲ੍ਹ ਨੂੰ ਉਹਨੂੰ ਕੁੱਟਮਾਰ ਹੁੰਦੀ ਆ, ਫਿਰ ਉਹਨੂੰ ਕਿਸੇ ਹੋਰ ਵਾਰਦਾਤ ਇੱਦਾਂ ਹੀ ਝੂਠੀਆਂ ਜਦੋਂ ਵਾਰਦਾਤਾਂ 'ਚ ਫਸਾਉਣਗੇ ਤਾਂ ਐਟ ਲਾਸਟ ਬੰਦਾ ਕੀ ਕਰੂਗਾ? ਉਹ ਕਹੂਗਾ ਮਰਨਾ ਤਾਂ ਹੈਗਾ ਹੀ, ਮੈਂ ਹਥਿਆਰ ਚੱਕ ਲੈਣਾ ਜੀ। ਸੋ ਇਹ ਸਿਸਟਮ ਦੀ ਫੇਲੀਅਰ ਕਰਕੇ ਹੁੰਦਾ। ਕੋਈ ਵੀ ਜੰਮਦਾ ਖਾੜਕੂ ਬਣ ਕੇ ਨਹੀਂ ਆਉਂਦਾ, ਕੋਈ ਜੰਮਦਾ ਟੈਰਰਿਸਟ ਬਣ ਕੇ ਨਹੀਂ ਆਉਂਦਾ, ਇਹ ਸਿਸਟਮ ਆ ਜਿਹੜਾ ਉਹਨੂੰ ਬਣਾਉਂਦਾ ਆ ਜੀ। ਸੋ ਅੱਜ ਵੀ ਉਹੋ ਜਿਹੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਅੱਜ ਵੀ ਉਹੋ ਜਿਹੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਵਾਹਿਗੁਰੂ ਮਿਹਰ ਕਰੇ ਕਿ ਇਹੋ ਜਿਹਾ ਕੁਛ ਨਾ ਹੋਵੇ। ਹਾਲਾਤ ਸਾਡੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰਮਾਤਮਾ ਮਿਹਰ ਕਰੇ ਕਿ ਅਸੀਂ ਉਸ ਚੀਜ਼ 'ਚੋਂ ਓਵਰਕਮ ਕਰੀਏ। ਉਦੋਂ ਸਾਡੇ ਜਿਹੜਾ ਇੰਟਰਨੈਟ ਆ ਉਦੋਂ ਨਹੀਂ ਸੀਗਾ, ਅੱਜ ਇੰਟਰਨੈਟ ਹੈਗਾ ਆ, ਅੱਜ ਨਾਲ ਦੀ ਨਾਲ ਅਸੀਂ ਚੀਜ਼ਾਂ ਵਾਇਰਲ ਕਰਕੇ ਲੋਕ ਸਮਝਣ ਲੱਗ ਗਏ, ਜਾਗ੍ਰਿਤੀ ਹੈਗੀ ਆ। ਉਸ ਸਮੇਂ ਜਾਗ੍ਰਿਤੀ ਨਹੀਂ ਸੀਗੀ। ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਕੋਈ ਵੀ। ਹਾਂ, ਬਟ ਕਈ ਲੋਕ ਜਿਹੜੇ ਹੁੰਦੇ ਆ ਉਹ ਕ੍ਰਿਮੀਨਲ ਹੁੰਦੇ ਆ, ਬਟ ਉਹ ਫਿਰ ਖਾੜਕੂ ਨਹੀਂ ਹੁੰਦੇ ਜੀ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ ਕੀ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤਰਨਜੀਤ ਸਿੰਘ ਨਿਮਾਣਾ, ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਅੱਜ ਪਿੰਡ ਗੌਂਸਗੜ੍ਹ ਵਿਖੇ ਇੱਥੋਂ ਜਿਹੜੀ ਸੰਸਥਾ ਇੱਕ ਹੈਗੀ ਹੈ ਫਾਈਟ ਫॉर ਰਾਈਟ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਬੀਬੀ ਸਿਮਰਨਜੀਤ ਕੌਰ ਤੇ ਉਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਅੱਜ ਜਿਹੜੇ ਸਿੱਖ ਸੰਘਰਸ਼ ਦੇ ਦੌਰਾਨ ਵਡਮੁੱਲਾ ਯੋਗਦਾਨ ਪਾਉਣ ਵਾਲੇ ਭਾਈ ਹਾਕਮ ਸਿੰਘ ਬੱਬਰ ਉਰਫ ਭਾਈ ਬਘੇਲ ਸਿੰਘ ਬੱਬਰ ਦੀ ਬਰਸੀ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਪਿੰਡ ਗੌਂਸਗੜ੍ਹ ਵਿਖੇ ਅੱਜ ਇਹ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ। ਮੈਂ ਧੰਨਵਾਦ ਕਰਦਾ ਭੈਣ ਸਿਮਰਨਜੀਤ ਕੌਰ ਗਿੱਲ ਦਾ ਤੇ ਰਸਪ੍ਰੀਤ ਸਿੰਘ ਜਿਹੜੇ ਮਾਨਸਾ ਜ਼ਿਲ੍ਹੇ ਤੋਂ ਨੇ, ਮੇਰਾ ਛੋਟਾ ਵੀਰ ਹੈ, ਲੰਬੇ ਅਰਸੇ ਤੋਂ ਸੁਸਾਇਟੀ ਸੇਵਾ ਨਿਭਾ ਰਿਹਾ। ਸੋ ਉਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਇਹ ਅੱਜ ਕੈਂਪ ਜਿਹੜਾ ਬੜਾ ਸਫਲਪੂਰਵਕ ਲਗਾਇਆ ਗਿਆ ਤੇ ਮੈਂ ਦਿਲੋਂ ਧੰਨਵਾਦ ਕਰਦਾ ਇਹਨਾਂ ਦਾ। ਇਹਨਾਂ ਨੇ ਸੇਵਾ ਦਾ ਮੌਕਾ ਤੇ ਮਾਣ ਬਖਸ਼ਿਆ ਜੀ। ਤੁਸੀਂ ਜਿਵੇਂ ਦੱਸਿਆ ਹੈਗਾ ਕਿ ਤੁਹਾਡੀ ਭਾਈ ਕਨਈਆ ਜੀ ਮਿਸ਼ਨ ਸੁਸਾਇਟੀ ਹੈਗੀ ਹੈ ਤੇ ਤੁਸੀਂ ਖੂਨਦਾਨ ਕੈਂਪ ਲਗਾਉਂਦੇ ਹੈਗੇ ਹੋ। ਹੁਣ ਤੱਕ ਤੁਹਾਡੀ ਸੰਸਥਾ ਨੇ ਕਿੰਨੇ ਕੁ ਕੈਂਪ ਲਗਾ ਦਿੱਤੇ ਤੇ ਕਿਹੜੇ ਕਾਰਜ ਤੁਹਾਡੀ ਸੰਸਥਾ ਹੋਰ ਕਰ ਰਹੀ ਹੈ? ਸਾਡੀ ਸੰਸਥਾ ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਮਨੁੱਖੀ ਕਾਰਜਾਂ ਨੂੰ ਸਮਰਪਿਤ ਹੈ, ਮਾਨਵਤਾ ਲਈ ਕੰਮ ਕਰਦੇ ਹਾਂ। ਇਹ ਸਾਨੂੰ ਪ੍ਰੇਰਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ, ਸ਼ਬਦ ਗੁਰੂ ਤੋਂ, ਜਿਹੜੇ ਸਮੁੱਚੀ ਮਾਨਵਤਾ ਨੂੰ ਸਰਬ ਸਾਂਝੀ ਵਾਲਤਾ ਉਪਦੇਸ਼ ਦਿੰਦੇ ਹੈ। ਨਾਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਾਈ। ਸੋ ਇਸੇ ਸਿਧਾਂਤ 'ਤੇ ਅਸੀਂ ਪਹਿਰਾ ਦੇਣ ਦਾ ਯਤਨ ਕਰਦੇ ਹਾਂ। ਮੇਨ ਅਸੀਂ ਖੂਨਦਾਨ ਕੈਂਪ ਲਾਉਂਦੇ ਹਾਂ ਔਰ ਲਾ ਕੇ ਲੋੜਵੰਦਾਂ ਨੂੰ ਖੂਨ ਸਾਡੀ ਸੰਸਥਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਫ੍ਰੀ ਸੇਵਾ ਚੱਲਦੀ ਹੈ ਨਿਸ਼ਕਾਮ ਰੂਪ ਦੇ ਵਿੱਚ। ਔਰ ਅੱਜ ਇਹ ਸਾਡਾ 495ਵਾਂ ਖੂਨਦਾਨ ਕੈਂਪ ਚੱਲ ਰਿਹਾ ਜੀ। ਤੁਸੀਂ ਜਿਵੇਂ ਦੱਸਿਆ ਹੈਗਾ ਕਿ 495ਵਾਂ ਤੁਹਾਡਾ ਖੂਨਦਾਨ ਇਹ ਜਿਹੜਾ ਕੈਂਪ ਚੱਲ ਰਿਹਾ ਹੈਗਾ ਆ, ਕਿਹੋ ਜਿਹਾ ਲੋਕਾਂ ਦਾ ਹੁੰਗਾਰਾ ਤੁਹਾਨੂੰ ਮਿਲਦਾ ਹੈਗਾ ਖੂਨਦਾਨ ਕਰਨ ਨੂੰ ਲੈ ਕੇ, ਤੇ ਤੁਹਾਡੀ ਸੰਸਥਾ ਜਿਹੜੀ ਹੈਗੀ ਫਿਰ ਕਿਸ ਤਰੀਕੇ ਨਾਲ ਕੰਮ ਕਰਦੀ ਹੈ? ਦੇਖੋ, ਅਸੀਂ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਪਹਿਲਾਂ ਪ੍ਰਿੰਟ ਦਾ ਸੀਗਾ। ਸੋ ਅਸੀਂ ਸ਼ੁਰੂ ਤੋਂ ਜਦੋਂ ਤੋਂ ਸ਼ੁਰੂ ਹੋਏ ਹਾਂ, ਲੋਕਾਂ 'ਚ ਕਨੈਕਟੀਵਿਟੀ ਹੈ। ਤੁਹਾਡੇ ਮਨ 'ਚ ਵੀ ਸਵਾਲ ਹੋਏਗਾ ਉਹਲਾ ਕਿ ਖੂਨ ਲੈ ਲਓ, ਦੇ ਦਿਓ, ਵੀ ਮਿਲਦਾ ਨਹੀਂ, ਵੇਚ ਦਿੰਦੇ ਹਸਪਤਾਲ ਵਾਲੇ। ਸੋ ਅਸੀਂ ਨੈਗੇਟਿਵਿਟੀ ਨੂੰ ਖਤਮ ਕਰਨ ਲਈ ਅਸੀਂ ਹੋਂਦ 'ਚ ਆਏ ਸੀ। ਪ੍ਰਮਾਤਮਾ ਨੇ ਸਾਨੂੰ ਡਿਊਟੀ ਲਾਈ ਤੇ ਅਸੀਂ ਕੈਂਪ ਆਰੰਭ ਕੀਤੇ। ਖੂਨਦਾਨ ਕੈਂਪ ਲਾ ਕੇ ਅਸੀਂ ਸੋਸ਼ਲ ਮੀਡੀਆ ਰਾਹੀਂ, ਪ੍ਰਿੰਟ ਮੀਡੀਆ ਰਾਹੀਂ ਅਕਸਰ ਹੀ ਪ੍ਰਚਾਰ ਕਰਦੇ ਰਹਿੰਦੇ ਹਾਂ ਕਿ ਕਿਸੇ ਨੂੰ ਵੀ ਖੂਨ ਦੀ ਲੋੜ ਹੈ, ਸਾਡੀ ਸੰਸਥਾ ਨਾਲ ਸੰਪਰਕ ਕਰੋ।
ਸਾਡੇ ਵੱਲੋਂ ਨਿਸ਼ਕਾਮ ਫ੍ਰੀ ਸੇਵਾ, ਤੁਹਾਨੂੰ ਖੂਨ ਦੇਣਾ ਨਹੀਂ ਪਵੇਗਾ, ਨਾ ਹੀ ਅਸੀਂ ਤੁਹਾਡੇ ਖੂਨ ਦਾ ਵਪਾਰ ਹੋਣ ਦਿਆਂਗੇ ਜੀ ਜੀ। ਇਹ ਲਗਾਤਾਰ ਅਸੀਂ ਮਤਲਬ ਪ੍ਰੈਸ ਰਿਲੀਜ਼ ਜਿਵੇਂ ਅੱਜ ਤੁਹਾਡੇ ਰਾਹੀਂ ਅਸੀਂ ਕਹਿ ਰਹੇ ਹਾਂ, ਸੰਗਤਾਂ ਨੂੰ ਦੱਸ ਰਹੇ ਹਾਂ ਜੀ ਕਿ 96 535 18 900 ਮੇਰਾ ਨੰਬਰ ਹੈ। ਇਹ 'ਤੇ ਸੰਪਰਕ ਕਰਕੇ ਤੁਸੀਂ ਕਿਸੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਲੋੜਵੰਦ ਦੀ ਜ਼ਿੰਦਗੀ ਬਚਾ ਸਕਦੇ ਹੋ ਜੀ। ਜਿਵੇਂ ਤੁਸੀਂ ਦੱਸਿਆ ਗਿਆ ਕਿ ਤੁਹਾਨੂੰ 495 ਕੈਂਪ ਲਗਾਏ ਗਏ ਆ, ਤੁਸੀਂ ਹੈ ਨਾ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ 495 ਕੈਂਪ ਲਗਾਏ ਹੈਗੇ ਆ, ਤੁਹਾਨੂੰ ਮਾਨ ਸਨਮਾਨ ਵੀ ਮਿਲੇ ਹੈਗੇ ਕਿ ਤੁਸੀਂ ਇੰਨੇ ਲੰਮੇ ਸਮੇਂ ਤੋਂ ਜਿਹੜੇ ਨਿਸ਼ਕਾਮ ਸੇਵਾ ਕਰ ਰਹੇ ਹੋ। ਹਾਂਜੀ, ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਰਹੀ ਹੈ। ਸਾਡਾ ਕਦੇ ਧਿਆਨ ਮਾਨ ਸਨਮਾਨ ਵੱਲ ਨਹੀਂ ਸੀਗਾ, ਲੇਕਿਨ ਸਤਿਗੁਰੂ ਨੇ ਇੰਨਾ ਕੁ ਮਾਨ ਸਨਮਾਨ ਬਖਸ਼ਿਆ, ਮੈਂ ਉਹਦਾ ਸ਼ਾਇਦ ਮੈਂ ਆਪਣੇ ਤੌਰ 'ਤੇ ਮਹਿਸੂਸ ਕਰਦਾ, ਮੇਰੇ ਪਰਸਨਲ ਵਿਚਾਰ ਨੇ ਕਿ ਮੈਂ ਉਸ ਕਾਬਲ ਨਹੀਂ ਸੀ, ਪਰ ਪਾਤਸ਼ਾਹ ਨੇ ਮੈਨੂੰ ਪੰਜਾਬ ਗੌਰਮੈਂਟ ਰਾਹੀਂ ਮੈਨੂੰ 10 ਵਾਰ ਸਟੇਟ ਅਵਾਰਡ ਮਿਲਿਆ, ਔਰ ਨੰਬਰ 1 NGO ਦਾ ਹਰ ਸਾਲ ਖਿਤਾਬ ਮਿਲਦਾ ਸਰਕਾਰ ਵੱਲੋਂ ਜੀ। ਸੋ ਉਸ ਤੋਂ ਇਲਾਵਾ ਅਨੇਕਾਂ ਹੀ ਅਵਾਰਡ ਸੰਸਥਾਵਾਂ ਵੱਲੋਂ, ਪੁਲਿਸ ਕਮਿਸ਼ਨ ਵੱਲੋਂ, DC ਸਾਹਿਬ ਵੱਲੋਂ ਮਿਲਦੇ ਰਹਿੰਦੇ ਆ ਜੀ। ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਹਾਡੀ ਸੰਸਥਾ ਜਿਹੜੀ ਹੈ ਨਿਸ਼ਕਾਮ ਸੇਵਾ ਕਰਦੀ ਹੈ, ਬਹੁਤ ਸਾਰੀਆਂ ਸੰਸਥਾਵਾਂ ਤੇ ਸਵਾਲ ਵੀ ਉੱਠਦੇ ਹੈਗੇ ਆ ਕਿ ਉਹ ਖੂਨਦਾਨ ਜਿਹੜਾ ਹੈਗਾ ਕੈਂਪ ਲਗਾਉਂਦੇ ਆ, ਖੂਨ ਇਕੱਠਾ ਕਰਦੇ ਆ ਤੇ ਬਾਅਦ ਦੇ ਵਿੱਚ ਵੇਚਦੇ ਹੈਗੇ ਆ। ਤੁਹਾਡੀ ਸੰਸਥਾ ਜਿਹੜੀ ਹੈ ਬਿਲਕੁਲ ਫ੍ਰੀ ਦੇ ਵਿੱਚ ਖੂਨ ਦਿੰਦੀ ਹੈਗੀ। ਜਿਵੇਂ ਕਈ ਵਾਰੀ ਕਹਿੰਦੇ ਕਿ ਖੂਨ ਨੂੰ ਸੰਭਾਲਣ ਦਾ ਖਰਚਾ ਵੀ ਆਉਂਦਾ ਹੈਗਾ ਆ, ਉਹ ਪੇਸ਼ੈਂਟਸ ਤੋਂ ਲਿਆ ਜਾਂਦਾ ਹੈ, ਅਜਿਹਾ ਵੀ ਕੁਝ ਤੁਹਾਡੀ ਸੰਸਥਾ ਕਰਦੀ ਜਾਂ ਬਿਲਕੁਲ ਨਿਸ਼ਕਾਮ ਤੌਰ ਤੇ ਖੂਨ ਦਿੰਦੇ ਹੋ ਤੁਸੀਂ ਅੱਗੇ? ਇਸ ਤਰ੍ਹਾਂ ਭਾਜੀ, ਸਾਡੀ ਸੰਸਥਾ ਜਿਹੜੀ ਨਿਸ਼ਕਾਮ ਤੇ ਨਿਰਸਵਾਰਥ ਹੈ, ਸਵਾਰਥ ਮਾਨਵਤਾ ਦੀ ਸੇਵਾ ਹੈ, ਤੇ ਸਾਡੀ ਸੰਸਥਾ ਕਿਸੇ ਕੋਲੋਂ ਡੋਨੇਸ਼ਨ ਨਹੀਂ ਲੈਂਦੀ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸ ਰਿਹਾ ਕਿ ਸੰਗਤ ਸੁਣ ਰਹੀ ਹੈ, ਕੋਈ ਵੀ ਸੰਗਤ 'ਚ ਉੱਠ ਕੇ ਨਹੀਂ ਕਹਿ ਸਕੇ ਤਰਨਜੀਤ ਸਿੰਘ ਨਿਮਾਣਾ ਜੀ ਨੇ ਕਦੇ ਸੇਵਾ ਵਾਲੇ ਕਿਸੇ ਕੋਲ ਪੈਸੇ ਲਏ, ਜੇ ਅਸੀਂ ਦੇਣ ਗਏ ਤੇ ਕੋ ਇਹਨੇ ਰੱਖ ਲਏ ਆ, ਸੋ ਉਹ ਵੀ ਹੱਥ ਜੋੜ ਕੇ ਵਾਪਸ ਮੋੜਿਆ ਉਹਨਾਂ ਨੂੰ ਕਿ ਸਾਨੂੰ ਨਹੀਂ ਚਾਹੀਦੇ ਜੀ। ਜਿੱਥੇ ਤੱਕ ਅਸੀਂ ਕੈਂਪ ਲਾਉਂਦੇ ਹਾਂ, ਲਾ ਕੇ ਜਿਹੜਾ ਖੂਨ ਇਕੱਠਾ ਅਸੀਂ ਹਸਪਤਾਲਾਂ 'ਚ ਕਰਾਉਂਦੇ ਹਾਂ, ਜਿਹੜੀ ਉਹਦੀ ਸਰਕਾਰੀ ਟੈਸਟਾਂ ਦੀ ਫੀਸ ਹੈ ਉਹ ਪਬਲਿਕ ਨੂੰ ਹੀ ਪੇ ਕਰਨੀ ਪੈਂਦੀ ਹੈ ਜੀ। ਉਹ ਅਸੀਂ ਨਹੀਂ ਕਰਦੇ ਕਿਉਂਕਿ ਸਾਡੇ ਕੋਲ ਹੈ ਹੀ ਨਹੀਂ ਕਿ ਜੀ ਨਾ ਫੰਡਸ ਹੈ ਹੀ ਨਹੀਂ ਕਿ ਬਿਲਕੁਲ। ਨਾ ਇਕੱਠੇ ਕਰਦੇ ਨਾ ਅਸੀਂ ਕਰ। ਹਾਂ, ਕੋਈ ਲੋੜਵੰਦ ਗਰੀਬ ਆ ਜਾਂਦਾ ਕਿ ਉਹਦੇ ਕੋਲ ਪੈਸੇ ਹੈ ਹੀ ਨਹੀਂ ਗੇ, ਉਹ ਚਾਹੇ ਮੈਂ ਆਪਣੀ ਜੇਬ 'ਚ ਪਾਵਾਂ, ਚਾਹੇ ਮੈਂ ਕਿਸੇ ਦੋਸਤ ਤੋਂ ਡੋਨੇਸ਼ਨ ਕਰਾ ਦਿਆਂ, ਉਹਨੂੰ ਫ੍ਰੀ ਮਿਲਦਾ ਹੈ ਜੀ। ਉਹਦੀ ਪੇ ਵੀ ਫੀਸ ਕਰ ਦਿੰਦੇ ਹਾਂ। ਜੇ ਕਿਸੇ ਕੋਲ ਘੱਟ ਪੈਸੇ ਨੇ ਮੈਂ ਘੱਟ ਵੀ ਦਵਾ ਦਿੰਦਾ। ਅਤੇ ਜਿਹੜੇ ਆਮ ਜਿਹੜੇ ਸਰਕਾਰੀ ਅਦਾਰੇ ਛੱਡ ਕੇ ਜਿਹੜੇ ਪ੍ਰਾਈਵੇਟ ਸੈਕਟਰ ਹਸਪੀਟਲ ਨੇ, ਚੈਰੀਟੇਬਲ ਨੇ, ਬਲੱਡ ਬੈਂਕਸ ਨੇ, ਜਿਨ੍ਹਾਂ ਦੀ ਗੌਰਮੈਂਟ ਵੱਲੋਂ, ਭਾਰਤ ਸਰਕਾਰ ਵੱਲੋਂ ਪੂਰੇ ਭਾਰਤ ਦੇ ਵਿੱਚ ਉਹਦੀ ਫੀਸ 1450 ਰੁਪਏ ਹੈ, ਇਹ 1500 ਲੈ ਲੈਂਦੀ ਹੈ। ਲਾ ਇਹ ਹੈ ਮੈਡੀਕਲ ਐਕਟ, ਪਾਲਿਸੀਜ਼ ਹੈ ਹਸਪੀਟਲਸ ਦੀ ਕਿ ਤੁਸੀਂ ਖੂਨ ਬਦਲੇ ਖੂਨ ਦੇ ਕੇ ਕਿਸੇ ਵੀ ਬਲੱਡ ਬੈਂਕਸ ਤੋਂ ਤੁਸੀਂ 1500 ਰੁਪਏ ਦੇ ਕੇ ਲੈ ਸਕਦੇ ਹੋ, ਪਰ ਖੂਨ ਦੇਣਾ ਪਵੇਗਾ। ਸਾਡੀ ਸੰਸਥਾ ਰਾਹੀਂ ਕੀ ਫਾਇਦਾ ਹੁੰਦਾ ਕਿ ਤੁਹਾਨੂੰ ਖੂਨ ਨਹੀਂ ਦੇਣਾ ਪੈਂਦਾ, ਨੰਬਰ 1 ਜਿੰਨਾ ਮਰਜ਼ੀ ਲੈ ਲਓ, ਨੰਬਰ 2 ਜਿਹੜਾ ਤੁਹਾਡਾ ਉਹ 1500 ਚਾਰਜ ਕਰਦੇ ਆ ਹੈ ਨਾ, ਉਹਦੇ ਵਿੱਚੋਂ ਵੀ ਅਸੀਂ ਲੈਸ ਕਰਾ ਕੇ ਦਿੰਦੇ ਹਾਂ 1200 1300 ਅਲੱਗ-ਅਲੱਗ ਹਸਪਤਾਲ ਦੇ ਵਿੱਚੋਂ, ਚੈਰੀਟੇਬਲਸ ਤੋਂ ਜੀ ਹੈ ਨਾ। ਇਹ ਸਾਡੀਆਂ ਸੇਵਾਵਾਂ ਹੈਗੀਆਂ ਜੀ। ਜਿਵੇਂ ਕਿਸੇ ਨੇ ਕੈਂਪ ਲਵਾਉਣਾ ਹੋਵੇ ਤੁਹਾਡੇ ਥਰੂ, ਉਹ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਆ? ਕਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਪੈਂਦਾ ਆ? ਕੋਈ ਖਾਸ ਨਹੀਂ, ਸਿਰਫ ਸਾਡੇ ਨਾਲ ਸੰਪਰਕ ਕਰਨ 96 535 18 900 ਦੇ ਸੰਪਰਕ ਕਰਕੇ ਖੂਨਦਾਨ ਦੀ ਸੇਵਾ ਲੈ ਵੀ ਸਕਦੀ ਹੈ ਅਤੇ ਖੂਨਦਾਨ ਕੈਂਪ ਲਗਵਾ ਵੀ ਸਕਦੇ ਸਾਡੇ ਕੋਲੋਂ। ਅਤੇ ਉਹਦੇ ਲਈ ਕੋਈ ਖਾਸ ਧਿਆਨ ਨਹੀਂ ਹੈ, ਬਸ ਡੋਨਰਸ ਹੀ ਅਰੇਂਜ ਕਰਨੇ ਹੁੰਦੇ ਹੈ ਔਰ ਦੁੱਧ ਕੇਲਾ ਹੀ ਚਾਹੀਦਾ ਹੁੰਦਾ ਜਾਂ ਟੇਬਲ ਕੁਰਸੀਆਂ ਹੁੰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ ਹੈ ਜੀ? ਭਾਈ ਮਨਜੀਤ ਸਿੰਘ ਜੀ, ਪ੍ਰਚਾਰਕ, ਗੁਰਦੁਆਰਾ ਦੇਖਸਰ, ਕਟਾਣਾ ਸਾਹਿਬ ਹੈਡਕੁਆਟਰ। ਜੀ, ਇੱਥੇ ਤੁਸੀਂ ਪੁਸਤਕ ਪ੍ਰਦਰਸ਼ਨੀ ਲਗਾਈ ਹੈ। ਇਸ ਪੁਸਤਕ ਪ੍ਰਦਰਸ਼ਨੀ ਦੇ ਵਿੱਚ ਕਿਹੜੀਆਂ-ਕਿਹੜੀਆਂ ਪੁਸਤਕਾਂ ਨੂੰ ਤੁਸੀਂ ਸ਼ਾਮਲ ਕੀਤਾ ਹੈ? ਹਾਂਜੀ, ਅੱਜ ਭਾਈ ਹਾਕਮ ਸਿੰਘ ਜੀ ਬੱਬਰ ਜਿਹੜੇ ਉਹ ਅਕਾਲੀ ਦਲ ਦੇ ਵਿੱਚ, ਉਹਨਾਂ ਦੀ ਯਾਦ ਦੇ ਵਿੱਚ ਜੋ ਪਰਿਵਾਰ ਵੱਲੋਂ ਇਹ ਗੁਰਮਤਿ ਸਮਾਗਮ ਕਰਾਇਆ ਗਿਆ, ਉਸ ਸੰਬੰਧ ਦੇ ਵਿੱਚ ਇਹਨਾਂ ਨੇ ਮੰਗ ਪੱਤਰ ਭੇਜਿਆ ਸੀ ਤੇ ਪੁਸਤਕ ਪ੍ਰਦਰਸ਼ਨੀ ਅਤੇ ਅਜਾਇਬ ਪ੍ਰਦਰਸ਼ਨੀ ਵਾਸਤੇ। ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੇ ਮੰਗ ਪੱਤਰ ਨੂੰ ਪ੍ਰਵਾਨ ਕਰਦੇ ਹੋਏ ਸਾਡੇ ਧਰਮ ਪ੍ਰਚਾਰ ਕਮੇਟੀ ਵੱਲੋਂ ਬਕਾਇਦਾ ਤੌਰ 'ਤੇ ਮੁਲਾਜ਼ਮ ਸਾਹਿਬ ਪਹੁੰਚੇ ਤੇ ਸਵੇਰ ਤੋਂ ਹੀ ਪ੍ਰਦਰਸ਼ਨੀ ਲਗਾਈ ਗਈ ਆ ਪੁਸਤਕਾਂ ਦੀ ਅਤੇ ਚਿੱਤਰ ਪ੍ਰਦਰਸ਼ਨੀ, ਤੇ ਬਹੁਤ ਸਿੱਖ ਸੰਗਤਾਂ ਨੇ ਇਹਦਾ ਲਾਭ ਉਠਾਇਆ। ਤੇ ਜੋ ਪੁਸਤਕ ਪ੍ਰਦਰਸ਼ਨੀ ਹੈ, ਇਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਕਿਤਾਬਾਂ ਲਿਆਂਦੀਆਂ ਗਈਆਂ, ਜੋ ਸਾਰੀਆਂ ਇਹ ਫ੍ਰੀ ਕਿਤਾਬਾਂ, ਇਹਦੇ ਵਿੱਚ ਕੁਝ ਗੁਰੇ ਇਤਿਹਾਸ ਸੰਬੰਧੀ ਕਿਤਾਬਾਂ ਹਨ ਅਤੇ ਇਸ ਤੋਂ ਇਲਾਵਾ ਕੁਝ ਕਿਤਾਬਾਂ ਜਿਹੜੀਆਂ ਕਿ ਜਿਵੇਂ ਸਮਾਜਿਕ ਕੁਰੀਤੀਆਂ, ਉਹਨਾਂ ਕੁਰੀਤੀਆਂ ਤੋਂ ਸੁਚੇਤ ਕਰਨ ਵਾਸਤੇ ਸਾਡੇ ਨੌਜਵਾਨਾਂ ਨੂੰ ਸੁਚੇਤ ਕਰਨ ਵਾਸਤੇ ਕੁਝ ਕਿਤਾਬਾਂ ਲਿਆਂਦੀਆਂ ਗਈਆਂ। ਇਸ ਤੋਂ ਇਲਾਵਾ ਜਿਵੇਂ ਹੁਣ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ
ਸਾਹਿਬਜ਼ਾਦੇ ਜਿਨ੍ਹਾਂ ਦੇ ਸ਼ਹਾਦਤ ਦੇ ਦਿਨ ਚੱਲੇ ਆ, ਉਹ ਵਿਸ਼ੇਸ਼ ਤੌਰ 'ਤੇ ਕਿਤਾਬਾਂ ਮੰਗਾਈਆਂ ਗਈਆਂ। ਜਿਹੜੀ ਇਹ ਚਿੱਤਰ ਪ੍ਰਦਰਸ਼ਨੀ ਹੈ, ਇਹ ਵਿਸ਼ੇਸ਼ ਤੌਰ 'ਤੇ ਜੋ ਸਾਕਾ ਸਰਹਿੰਦ ਹੋਇਆ, ਉਹ ਸਾਰੀ ਪ੍ਰਦਰਸ਼ਨੀ ਉਸੇ ਇਤਿਹਾਸ ਨੂੰ ਹੀ ਰਿਪੀਟ ਕਰਨ ਵਾਸਤੇ ਲਿਆਂਦੀ ਗਈ ਹੈ। ਤੋ ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਇਹ ਅੱਜ ਸੰਗਤਾਂ ਨੇ ਲੈ ਕੇ ਗਈਆਂ ਤੇ ਉਹਨਾਂ ਨੇ ਸ਼ਲਾਘਾ ਕੀਤੀ ਹੈ। ਜੀ, ਕਿਹੜੇ ਵਰਗ ਦੇ ਲੋਕਾਂ ਨੇ ਆ ਕੇ ਇਹਨਾਂ ਪੁਸਤਕਾਂ ਨੂੰ ਜ਼ਿਆਦਾ ਜਿਹੜਾ ਦੇਖਿਆ ਤੇ ਜ਼ਿਆਦਾ ਲੈ ਕੇ ਗਏ ਹੈਗੇ? ਬੱਚੇ, ਨੌਜਵਾਨ ਜਾਂ ਅਧਖੜ ਜਾਂ ਫਿਰ ਬਜ਼ੁਰਗ? ਹਾਂ, ਬੱਚੇ ਵੀ ਲੈ ਕੇ ਗਏ ਜੀ, ਕਾਫੀ ਬੱਚੇ ਵੀ ਲੈ ਕੇ ਗਏ। ਉਹਨਾਂ ਨੂੰ ਬੱਚਿਆਂ ਦੇ ਲੈਵਲ ਦੀਆਂ ਅਸੀਂ ਕਿਤਾਬਾਂ ਦਿੱਤੀਆਂ, ਤੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਫਿਰ ਨੌਜਵਾਨ ਜਿਵੇਂ ਕਿ ਸਰਦਾਰ ਹਰੀ ਸਿੰਘ ਜੀ ਨਲੂਆ, ਭਾਈ ਤਾਰੂ ਸਿੰਘ ਜੀ ਇਤਿਆਦਿਕ ਹੋਰ ਜਿਹੜੇ ਮਹਾਨ ਕੌਮ ਦੇ ਜਰਨੈਲ ਆ, ਉਹਨਾਂ ਦੀਆਂ ਕਿਤਾਬਾਂ ਉਹਨਾਂ ਨੂੰ ਦਿੱਤੀਆਂ ਸੀ। ਇਸ ਤੋਂ ਇਲਾਵਾ ਜਿਵੇਂ ਬਜ਼ੁਰਗ ਸਾਹਿਬਾਨ ਆਏ ਤੇ ਉਹਨਾਂ ਵਾਸਤੇ ਵੀ ਵੱਖਰੀਆਂ ਜਿਹੜੀਆਂ ਸਮਾਜਿਕ ਕੁਝ ਮਾਪਿਆਂ ਦੀ ਦੇਖਭਾਲ ਜਿਵੇਂ ਬੱਚੇ ਕਰਨ, ਉਸ ਤਰ੍ਹਾਂ ਦੇ ਵੀ ਇਹਨਾਂ ਕਿਤਾਬਾਂ ਦੇ ਵਿੱਚ ਲੇਖ ਹੈਗੇ ਆ, ਤੇ ਉਹ ਵੀ ਕਿਤਾਬਾਂ ਦਿੱਤੀਆਂ ਗਈਆਂ। ਜੀ, ਤੁਸੀਂ ਹੋਰ ਕੀ ਕਹਿਣਾ ਚਾਹੋਗੇ? ਅਜਿਹੀਆਂ ਪੁਸਤਕ ਪ੍ਰਦਰਸ਼ਨੀਆਂ ਜਿਹੜੀਆਂ ਹੈਗੀਆਂ ਨੇ, ਇਹ ਕਿੰਨੀਆਂ ਕੁ ਲਾਹੇਵੰਦ ਜਿਹੜੀਆਂ ਨੇ ਹੋ ਸਕਦੀਆਂ ਨੇ ਸਾਡੀ ਨੌਜਵਾਨ ਪੀੜ੍ਹੀ ਦੇ ਲਈ? ਹਾਂਜੀ ਜੀ, ਇਹ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਜਾਂਦਾ। ਜਦੋਂ ਅਸੀਂ ਜਿੱਥੇ ਪਰਿਵਾਰ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ ਦਿੱਤਾ, ਤੇ ਸ਼੍ਰੋਮਣੀ ਕਮੇਟੀ ਨੇ ਮੰਗ ਪੱਤਰ ਦੇ ਆਧਾਰ ਤੇ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਤੇ ਗੱਡੀ ਭੇਜ ਕੇ ਇੱਥੇ ਪ੍ਰਦਰਸ਼ਨੀ ਕੀਤੀ ਆ, ਤੇ ਇਹਦਾ ਇਲਾਕੇ ਨੂੰ ਹੋਰ ਸਿੱਖ ਸੰਗਤਾਂ ਨੂੰ ਵੀ ਇਹਦੇ ਪ੍ਰਤੀ ਪਤਾ ਲੱਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਕਿ ਧਰਮ ਪ੍ਰਚਾਰ ਪ੍ਰਤੀ ਬਹੁਤ ਹੀ ਸੁਚੇਤ ਹੈ, ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵੀ ਕਈ ਇਲਾਕੇ ਦੇ ਕਹਿੰਦੇ ਆ ਕਿ ਅਸੀਂ ਵੀ ਇਸ ਤਰ੍ਹਾਂ ਪ੍ਰਦਰਸ਼ਨੀ ਜਿਹੜੀ ਹੈ ਉਹ ਜ਼ਰੂਰ ਲਗਵਾਵਾਂਗੇ। ਇਹਦੇ ਨਾਲ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੋਰ ਬੜੇ ਵਧੀਆ ਢੰਗ ਦੇ ਨਾਲ ਹੋ ਰਿਹਾ। ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਸਲੋਨੀ ਤਿਵਾਰੀ। ਤੁਸੀਂ ਅੱਜ ਜਿਹੜਾ ਇੱਥੇ ਇਤਿਹਾਸ ਪੜ੍ਹ ਰਹੇ ਸੀ, ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਤੇ ਕੀ ਜਾਣਕਾਰੀ ਮਿਲੀ? ਮੈਨੂੰ ਬਹੁਤ ਵਧੀਆ ਲੱਗਿਆ। ਮੈਨੂੰ ਪਤਾ ਲੱਗਿਆ ਕਿ ਇਹ ਸਾਹਿਬਜ਼ਾਦਿਆਂ ਨੇ ਕਿੱਦਾਂ ਸ਼ਹੀਦ ਕੀਤਾ। ਜੀ, ਭਵਿੱਖ ਦੇ ਵਿੱਚ ਵੀ ਇਹੋ ਜਿਹੀਆਂ ਪ੍ਰਦਰਸ਼ਨੀਆਂ ਲੱਗਣਗੀਆਂ ਤਾਂ ਤੁਸੀਂ ਜਾਓਗੇ ਉੱਥੇ? ਹਾਂਜੀ। ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਇੱਥੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੀ ਹੈਗੀ ਹੈ, ਅੱਗੇ ਜਾ ਕੇ ਵੀ ਆਪਣੇ ਨਾਲ ਦੇ ਸਾਥੀਆਂ ਨੂੰ ਦੱਸੋਗੇ? ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਖੂਨਦਾਨ ਕਰਕੇ ਆਏ ਹੋ, ਕਿੰਨੀ ਵਾਰੀ ਤੁਸੀਂ ਖੂਨਦਾਨ ਕੀਤਾ ਆ? ਮੈਨੂੰ ਨਾ ਹੁਣ ਯਾਦ ਨਹੀਂ ਹੈਗਾ ਕਿੰਨੀ ਵਾਰ ਕੀਤਾ, ਕਿਉਂਕਿ ਜਦੋਂ ਵੀ ਸਾਨੂੰ ਕਿਤੇ ਮੌਕਾ ਲੱਗਦਾ ਜਾਂ ਕਿਤੇ ਬਲੱਡ ਕੈਂਪ ਹੁੰਦਾ ਸਾਡੇ, ਅਸੀਂ ਵੀ ਜਿਵੇਂ ਕੈਂਪ ਵਗੈਰਾ ਲਗਾਉਂਦੇ ਰਹਿੰਦੇ ਹਾਂ। ਹਰ ਟਾਈਮ ਅਸੀਂ ਖੂਨਦਾਨ ਕਰਦੇ ਰਹਿੰਦੇ ਹਾਂ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਬਲੱਡ ਦੀ, ਤੇ ਜਦੋਂ ਸਾਨੂੰ ਪਤਾ ਵੀ ਅਸੀਂ ਇਸ ਟਾਈਮ ਡੋਨੇਟ ਕਰ ਸਕਦੇ ਤਾਂ ਅਸੀਂ ਉਸ ਟਾਈਮ ਵੀ ਕਰਨ ਚਲੇ ਜਾਂਦੇ ਹਾਂ ਜੀ। ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਹੁੰਦਾ ਹੈ ਕਿ ਜੇ ਅਸੀਂ ਖੂਨਦਾਨ ਕਰ ਦੇਵਾਂਗੇ ਤਾਂ ਸਾਨੂੰ ਦਿੱਕਤਾਂ ਆਉਣਗੀਆਂ। ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਬਹੁਤ ਵਾਰੀ ਹੋ ਗਿਆ ਤੁਸੀਂ ਖੂਨਦਾਨ ਕੀਤਿਆਂ ਨੂੰ, ਤੇ ਅਜਿਹਾ ਕੋਈ ਅਨੁਭਵ ਹੈ ਜਾਂ ਫਿਰ ਇਹ ਸਿਰਫ ਇੱਕ ਜਿਹੜੀ ਮਿੱਥੀ ਹੈ ਲੋਕਾਂ ਦੇ ਵਿੱਚ? ਨਹੀਂ, ਐਕਚੁਅਲੀ ਸਾਨੂੰ ਤਾਂ ਕੋਈ ਵੀ ਦਿੱਕਤ ਨਹੀਂ ਆਈ। ਅਸੀਂ ਜਦੋਂ ਵੀ ਬਲੱਡ ਡੋਨੇਟ ਕੀਤਾ ਜਾਂ ਸਾਡੇ ਨਾਲ ਦਿਆਂ ਨੇ ਹੋਰ ਵੀ ਕੀਤਾ ਬਲੱਡ, ਸਾਨੂੰ ਕਦੇ ਵੀ ਅਜਿਹੀ ਦਿੱਕਤ ਨਹੀਂ ਆਈ। ਸਮਾਂ ਵਧੀਆ ਇਹ ਖੂਨਦਾਨ ਕਰਨਾ ਚਾਹੀਦਾ। ਸੋ ਆਪਾਂ ਜੇ ਖੂਨਦਾਨ ਕਰਦੇ ਤਾਂ ਆਪਣਾ ਜਿਹੜਾ ਨਵਾਂ ਖੂਨ ਬਣਦਾ, ਸੋ ਵਧੀਆ ਗੱਲ ਹੈ। ਖੂਨਦਾਨ ਹਰ ਇੱਕ ਨੂੰ ਕਰਨਾ ਚਾਹੀਦਾ ਤੇ ਜ਼ਰੂਰਤਮੰਦ ਦੀ ਮਦਦ ਹੋ ਜਾਂਦੀ, ਉਹਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ। ਜੀ, ਜਿਵੇਂ ਤੁਸੀਂ ਦੱਸਿਆ ਹੈਗਾ ਹੈ ਕਿ ਤੁਸੀਂ ਜਿਹੜਾ ਖੂਨਦਾਨ ਕਰਦੇ ਹੈਗੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ। ਬਹੁਤ ਸਾਰੇ ਲੋਕ ਖੂਨਦਾਨ ਕਰਨਾ ਚਾਹੁੰਦੇ ਹੈਗੇ ਆ ਪਰ ਉਹ ਡਰਦੇ ਆ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਡੀ ਉਮਰ ਦੇ ਹਿਸਾਬ ਨਾਲ ਅਸੀਂ ਬਹੁਤ ਛੋਟੇ ਹਾਂ, ਤੇ ਹਰ ਇੱਕ ਨੂੰ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ, ਕਿਉਂਕਿ ਜਦੋਂ ਆਪਣੇ ਦੇ ਵਿਪਤਾ ਪੈਂਦੀ ਹੈ ਆਪਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ। ਜਦੋਂ ਕੋਈ ਹੋਰ ਨਹੀਂ ਖੂਨਦਾਨ ਕਰਦਾ ਉਸ ਟਾਈਮ ਆਪਾਂ ਨੂੰ ਯਾਦ ਆਉਂਦਾ ਕਿ ਕਾਸ਼ ਜੇ ਮੈਂ ਵੀ ਖੂਨਦਾਨ ਕਰਿਆ ਹੁੰਦਾ ਤਾਂ ਅੱਜ ਮੈਨੂੰ ਬਲੱਡ ਦੀ ਜ਼ਰੂਰਤ ਨਾ ਪੈਂਦੀ, ਤੇ ਸਾਨੂੰ ਜੇ ਬਲੱਡ ਬੈਂਕ ਦੇ ਵਿੱਚ ਬਲੱਡ ਪਿਆ ਹੋਵੇ ਤਾਂ ਉਹਨੂੰ ਇਮੀਡੀਏਟਲੀ ਵੀ ਸਾਨੂੰ ਬਲੱਡ ਮਿਲ ਸਕਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਤੁਹਾਡਾ ਨਾਮ ਕੀ ਹੈਗਾ ਆ? ਅਮਰਜੀਤ ਸਿੰਘ ਉਦੋਵਾਲੀ ਜੀ। ਸਰ, ਤੁਸੀਂ ਜਿਹੜਾ ਹੈਗਾ ਐਡਵੋਕੇਟ ਸਿਮਰਨਜੀਤ ਕੌਰ ਹੋਰਾਂ ਦੇ ਪਿਤਾ ਜੀ ਭਾਈ ਹਾਕਮ ਸਿੰਘ ਬੱਬਰ ਹੋਰਾਂ ਦੇ ਨਾਲ ਜਿਹੜਾ ਆ ਕੁਝ ਸਮਾਂ ਬਿਤਾਇਆ ਹੈਗਾ ਆ, ਉਹਨਾਂ ਨਾਲ ਬਿਤਾਏ ਸਮੇਂ ਦੇ ਕੁਝ ਅਨੁਭਵ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰੋ। ਦੇਖੋ, ਅਸੀਂ ਤਾਂ ਬਹੁਤ ਛੋਟੇ ਸੀ, ਸਾਡਾ ਤਾਂ ਬਚਪਨ ਸੀ, ਪਰ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕੌਮ ਨੂੰ ਜ਼ਰੂਰ ਕਹਾਂਗਾ ਕਿ ਉਹ ਸਿਰਲੱਥ ਯੋਧੇ ਜੋ ਅਸੀਂ ਵਿਸਾਰ ਦਿੱਤੇ, ਤੇ ਲੇਖਕਾਂ ਨੇ ਲਿਖਿਆ ਆਪਣੇ ਲੇਖਾਂ ਦੇ ਵਿੱਚ, शहीदों की चिताओं पे लगेंगे हर वर्ष मेले, वतन पर मर मिटने वालों का बाकी यही निशान होगा। उस चीज़ ते अमल नहीं किया, लिखा जरूर गया, पढ़िया भी गया, पर पढ़े लिखे क्या होए, है ना, जिन्ना चਿਰ ਉਹਦੇ ਤੇ ਅਮਲ ਨਹੀਂ ਹੁੰਦਾ। ਸਾਨੂੰ ਚਾਹੀਦਾ ਹੈ ਕਿ ਆਪਣੀ ਕੌਮ ਦੇ ਇਹਨਾਂ ਯੋਧਿਆਂ ਨੂੰ, ਕੌਮ ਨੂੰ, ਔਰ ਮੈਂ ਅਪੀਲ ਕਰਾਂਗਾ ਧਾਰਮਿਕ ਜਥੇਬੰਦੀਆਂ ਨੂੰ ਕਿ ਇਹਨਾਂ ਯੋਧਿਆਂ ਨੂੰ ਜਿਹੜਾ ਹੈ ਉਹ ਵਿਸਾਰਨਾ ਨਹੀਂ ਚਾਹੀਦਾ। ਮੇਰੀਆਂ ਕਈ ਸਪੀਚਾਂ ਦੇ ਵਿੱਚ
ਸੰਗਤ ਨੇ ਸੁਣਿਆ ਹੈ ਕਿ ਮੈਂ ਕਿਹਾ ਹੈ ਕਿ ਮੈਂ ਲਿਖਿਆ ਵੀ ਸੀ ਮੈਂ ਇਹ ਗੱਲ ਕਿ ਸਾਡੀ ਜੋ ਚਮੜੀ ਹੈ ਉਹਦੇ ਵਰਕ ਬਣੇ, ਸਾਡੀਆਂ ਜੋ ਹੱਡੀਆਂ ਨੇ ਉਹਦੀਆਂ ਕਲਮਾਂ ਘੜੀਆਂ ਗਈਆਂ, ਸਾਡਾ ਜੋ ਖੂਨ ਹੈ ਉਹਦੀ ਸਿਆਹੀ ਬਣੀ, ਉਹਦੇ ਬਾਅਦ ਸਿੱਖ ਕੌਮ ਦਾ ਇਤਿਹਾਸ ਲਿਖਿਆ ਗਿਆ। ਤੋ ਖੂਨ ਦੀ ਸਿਆਹੀ ਨਾਲ ਲਿਖਿਆ ਹੋਇਆ ਇਤਿਹਾਸ, ਚਮੜੀ ਦੇ ਵਰਕ ਦੇ ਉੱਤੇ ਲਿਖਿਆ ਹੋਇਆ ਇਤਿਹਾਸ, ਹੱਡੀਆਂ ਦੀਆਂ ਕਲਮਾਂ ਨਾਲ ਲਿਖਿਆ ਹੋਇਆ ਇਤਿਹਾਸ ਕਿਵੇਂ ਮਿਟ ਸਕਦਾ ਹੈ? ਉਹਨੂੰ ਕਿਵੇਂ ਭੁੱਲ ਸਕਦੇ ਹਾਂ? ਕਿਉਂਕਿ ਜਦੋਂ ਵੀ ਇਤਿਹਾਸ ਦੇ ਸੁਨਹਿਰੀ ਪੰਨੇ ਫਰੋਲੇ ਜਾਣਗੇ ਉਦੋਂ ਸਰਦਾਰ ਹਾਕਮ ਸਿੰਘ ਬੱਬਰ ਵਰਗਿਆਂ ਦੀ ਖੂਨ ਦੇ ਨਾਲ, ਉਹਨਾਂ ਦੀ ਚਮੜੀ ਦੇ ਉੱਤੇ, ਉਹਨਾਂ ਦੀਆਂ ਹੱਡੀਆਂ ਦੀ ਕਲਮ ਨਾਲ ਲਿਖਿਆ ਹੋਇਆ ਇਤਿਹਾਸ ਜ਼ਰੂਰ ਆਏਗਾ। ਇਹ ਵਿਸਾਰਿਆ ਨਹੀਂ ਜਾ ਸਕਦਾ। ਮੇਰਾ ਬਹੁਤ ਛੋਟਾ ਸੀ ਮੈਂ, ਅਤੇ ਜਿਵੇਂ ਵੀ ਕਿਤੇ ਮੁਲਾਕਾਤ ਹੋਈ ਹੈ, ਇਹ ਕਹਾਂਗਾ ਕਿ ਪਤਾ ਲੱਗਦਾ ਸੀ ਕਿ ਕੋਈ ਹੈ। ਉਸ ਸਮੇਂ ਤੁਸੀਂ ਦੇਖਿਆ ਹੋਊਗਾ 24 ਆਵਰਸ ਲਾਈਟ ਸੀ। ਉਸ ਸਮੇਂ ਕਿਸੇ ਧੀ ਭੈਣ ਕੋਲੋਂ ਦਾਜ ਨਹੀਂ ਮੰਗਿਆ ਜਾਂਦਾ ਸੀ। ਉਸ ਸਮੇਂ ਕੋਈ ਕਿਸੇ ਨੂੰ ਤੰਗ ਨਹੀਂ ਸੀ ਕਰਦਾ। ਉਹਨਾਂ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ, ਜਿਨ੍ਹਾਂ ਨੂੰ ਖਾੜਕੂ ਕਿਹਾ ਜਾਂਦਾ ਹੈ। ਉਹ ਖਾੜਕੂ ਸੀ, ਅੱਤਵਾਦੀ ਨਹੀਂ। ਜਦੋਂ ਉਹ ਇਤਿਹਾਸ ਪੜ੍ਹਦੇ, ਫਿਰ ਜਦੋਂ ਹਾਕਮ ਸਿੰਘ ਬੱਬਰ ਜੀ ਵਰਗੇ ਆਉਂਦੇ ਆ, ਅਤੇ ਫਿਰ ਸੁੱਖਾ ਜਿੰਦਾ, ਉਹ ਸਾਰੇ ਕਹਿੰਦੇ ਕਿ ਯਾਰ ਇਹ ਤਾਂ ਉਹੀ ਕਿਰਦਾਰ ਨੇ, ਉਹੀ ਮੁਗਲਾਂ ਦੇ ਟਾਈਮ ਦੇ ਕਿਰਦਾਰ ਨੇ, ਉਹੀ ਐਸ ਸਰਕਾਰ ਦੇ ਜਿਹੜੇ ਹੈਗੇ ਨੇ ਟਾਈਮ ਦੇ ਕਿਰਦਾਰ ਨੇ। ਇਤਿਹਾਸ ਨੇ ਰਿਪੀਟ ਕੀਤਾ ਸਮੇਂ ਮੁਤਾਬਕ, ਆਪਣੇ ਆਪ ਨੂੰ ਰਿਪੀਟ ਕੀਤਾ, ਇਤਿਹਾਸ ਨੇ ਦੁਹਰਾਇਆ, ਯਾਦ ਕਰਾਈ। ਹੁਣ ਇਹ ਜੋ ਸੰਘਰਸ਼ ਚੱਲਿਆ ਇਹ ਵੀ ਤਾਂ ਉਹ ਇਤਿਹਾਸ ਨੂੰ ਰਿਪੀਟ ਹੀ ਕੀਤਾ ਨਾ। ਇਹ ਅਥਰਾਈਜੇਸ਼ਨ ਹੈ। ਔਰ ਮੈਂ ਬਾਰ-ਬਾਰ ਕਹਿਣਾ ਹੈ ਕਿ ਬਗਾਵਤ ਸਾਡੇ ਖੂਨ 'ਚ ਹੈ। ਸਿੰਘ ਪੁਣਾ, ਖਾੜਕੂ, ਇਹ ਸਾਡੇ ਖੂਨ 'ਚ ਹੈ। ਇਹ ਸਾਨੂੰ ਮਾਂ ਦੇ ਪੇਟ 'ਚੋਂ ਮਿਲਦਾ ਹੈ, ਇਹ ਸਾਨੂੰ ਬਾਪ ਦੇ ਖੂਨ 'ਚੋਂ ਮਿਲਦਾ ਹੈ। ਇਹ ਜਜ਼ਬਾ ਸਾਡੀ ਕੌਮ ਦਾ ਉਹ ਰੀਜਨ ਹੈ ਕਿ ਜਿਸ ਕੌਮ ਦੇ ਛੋਟੇ 7 ਸਾਲ ਦਾ, 9 ਸਾਲ ਦਾ, 5 ਸਾਲ ਦਾ, 11 ਸਾਲ ਦਾ ਜੰਗ ਦੇ ਮੈਦਾਨ 'ਚ ਕੰਧਾਂ ਦੇ ਵਿੱਚ ਸ਼ਹੀਦ ਹੋ ਗਿਆ ਹੋਵੇ, ਜਿਸ ਕੌਮ ਦੇ ਛੋਟੇ ਬੱਚੇ ਕੋਲੂ 'ਚ ਪੀੜ ਦਿੱਤੇ ਗਏ ਹੋਣ, ਜਿਸ ਕੌਮ ਦੇ ਛੋਟੇ ਬੱਚਿਆਂ ਦੇ ਟੁਕੜੇ ਕਰਕੇ ਉਹਨਾਂ ਦੀਆਂ ਮਾਵਾਂ ਦੇ ਗਲੇ 'ਚ ਪਾ ਦਿੱਤੇ ਹੋਣ, ਜਿਸ ਕੌਮ ਦੇ ਬੱਚਿਆਂ ਦਾ ਕਲੇਜਾ ਕੱਢ ਕੇ ਪਿਓ ਦੇ ਮੂੰਹ 'ਚ ਪਾ ਦਿੱਤਾ ਹੋਵੇ, ਉਹ ਸਪਿਰਿਟ ਉਸ ਕੌਮ 'ਚ ਹੀ ਆਉਣੀ ਆ, ਕਿਸੇ ਦੂਸਰੇ 'ਚ ਨਹੀਂ। ਉਸ ਇਤਿਹਾਸ ਨਾਲ, ਉਸ ਕੌਮ ਨਾਲ ਕਦੇ ਛੇੜਛਾੜ ਨਹੀਂ ਕਰੀ ਦੀ ਜਿਨ੍ਹਾਂ ਦੀ ਨੀਂਹ ਉਹਨਾਂ ਦੇ ਬਜ਼ੁਰਗਾਂ ਦੇ, ਉਹਨਾਂ ਦੇ ਜਵਾਨਾਂ ਦੇ, ਉਹਨਾਂ ਦੇ ਬੱਚਿਆਂ ਦੇ ਸਿਰਾਂ ਦੇ ਉੱਤੇ ਉਸਾਰੀ ਹੋਵੇ। ਇਹ ਜਿਹਨੂੰ ਸਮਝ ਹੈ ਉਹ ਹਾਕਮ ਸਿੰਘ ਹੋਣਾ ਵਾਲੇ ਰਸਤੇ 'ਤੇ ਤੁਰ ਜਾਂਦਾ ਹੈ। ਜਦੋਂ ਇਨਸਾਫ ਨਹੀਂ ਮਿਲਦਾ, ਕੋਈ ਮਾਂ ਦੇ ਪੇਟ 'ਚੋਂ ਸਿੰਘ ਨਹੀਂ ਬਣ ਕੇ ਆਉਂਦਾ, ਖਾੜਕੂ ਨਹੀਂ ਬਣ ਕੇ ਆਉਂਦਾ, ਅੱਤਵਾਦੀ ਨਹੀਂ ਬਣ ਕੇ ਆਉਂਦਾ, ਸਮੇਂ ਦੀਆਂ ਸਰਕਾਰਾਂ ਬਣਾਉਂਦੀਆਂ ਨੇ। ਇਹਦਾ ਜ਼ਿੰਮੇਵਾਰ ਸਮੇਂ ਦੀ ਸਰਕਾਰ ਹੈ। ਅਸਲ ਅੱਤਵਾਦ ਜੋ ਹੈ ਉਹ ਸਮੇਂ ਦੀਆਂ ਸਰਕਾਰਾਂ ਵਿੱਚ ਹੁੰਦਾ, ਉਹ ਆਮ ਪਬਲਿਕ ਵਿੱਚ ਨਹੀਂ ਹੁੰਦਾ। ਜਦੋਂ ਇਨਸਾਫ ਨਹੀਂ ਮਿਲਦਾ ਤੇ ਫਿਰ ਜਿਹਨੂੰ ਜਿਹੜਾ ਰਸਤਾ ਮਿਲਦਾ ਹੈ ਉਹ ਅਖਤਿਆਰ ਕਰ ਲੇ। ਜੀ ਸਰ, ਤੁਹਾਡਾ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਬਹੁਤ ਤੁਹਾਡਾ ਵੀ ਧੰਨਵਾਦ ਹੈ ਕਿ ਤੁਹਾਡੇ ਦਰਸ਼ਕਾਂ ਦਾ ਵੀ ਤੁਸੀਂ ਸਮਾਂ ਦਿੱਤਾ ਹੈ। ਔਰ ਮੈਂ ਤਾਂ ਇਹ ਕਹਾਂਗਾ ਕਿ ਮੈਂ ਤੁਹਾਨੂੰ ਔਰ ਤੁਹਾਡੇ ਚੈਨਲ ਨੂੰ ਵੀ ਬਹੁਤ ਬਹਾਦਰ ਮੰਨਦਾ ਹੈ ਕਿ ਉਸ ਸਮੇਂ ਦੀ ਕੁਝ ਇਸ ਤਰ੍ਹਾਂ ਦੀਆਂ ਵਰਤਾਵਾਂ ਜਿਹੜੀਆਂ ਨੇ ਉਹ ਪਬਲਿਕ ਦੇ ਸਾਹਮਣੇ ਲੈ ਕੇ ਆਉਣੀਆਂ ਵੀ ਬਹਾਦਰੀ ਦਾ ਕੰਮ ਹੈ। ਇਹ ਵੀ ਹਾਰੀ ਸਾਰੀ ਦਾ ਕੰਮ ਨਹੀਂ ਹੈ, ਕਿਉਂਕਿ ਉਹਨਾਂ ਦਾ ਤੇ ਨਾਮ ਲੈਣ ਤੋਂ ਵੀ ਡਰਦੇ ਨੇ ਲੋਕ। ਜੀ ਦਰਸ਼ਕੋ, ਵਾਕਈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਭਾਈ ਹਾਕਮ ਸਿੰਘ ਹੋਰਾਂ ਦੀ ਬਰਸੀ ਮੌਕੇ ਅਸੀਂ ਤੁਹਾਨੂੰ ਦਿਖਾਇਆ ਕਿ ਉਹਨਾਂ ਨੇ ਕਿਵੇਂ ਜਿਹੜਾ ਹੈ ਉਹਨਾਂ ਦੇ ਪਰਿਵਾਰ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਹੈ, ਖੂਨਦਾਨ ਕੈਂਪ ਲਗਾਇਆ ਗਿਆ ਸੀ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।